दोस्तों नैक्सट टॉपिक अपना है ਜਿਓਮੈਟ੍ਰਿਕ ਮੀਨ। ਇਸ ਤੋਂ ਪਹਿਲਾਂ ਵੀ ਇੱਕ ਮੀਨ ਅਸੀਂ ਪੜ੍ਹ ਚੁੱਕੇ ਹਾਂ, ਅਰਿਥਮੈਟਿਕ ਮੀਨ। ਅਸੀਂ ਉਸ ਦੇ ਵਿੱਚ ਦੋ ਨੰਬਰਾਂ ਦੇ ਵਿਚਕਾਰ ਕੁਛ ਨੰਬਰ ਇਨਸਰਟ ਕੀਤੇ ਸੀ ਕਿ ਜਿਹੜੀ ਰਿਜ਼ਲਟਿੰਗ ਜਿਹੜੀ ਸੀਕੁਐਂਸ ਬਣੀ ਸੀ ਉਹ ਇੱਕ ਅਰਿਥਮੈਟਿਕ ਪ੍ਰੋਗਰੈਸ਼ਨ ਬਣੀ ਸੀ, ਏਪੀ ਬਣੀ ਸੀ। ਸੋ ਇਸੇ ਤਰ੍ਹਾਂ ਜਿਓਮੈਟ੍ਰਿਕ ਸਾਡੇ ਪਾਸ ਮੀਨ ਹੈ। ਸੋ ਇਹਦੇ ਵਿੱਚ ਵੀ ਅਸੀਂ ਦੋ ਨੰਬਰ ਸਪੋਜ਼ 5 ਐਂਡ 75 ਇਹਨਾਂ ਦੋ ਦੇ ਵਿਚਕਾਰ ਅਸੀਂ ਕੋਈ ਨੰਬਰ ਇਨਸਰਟ ਕਰਨਾ ਹੈ। ਦੋਸਤੋ ਨੈਕਸਟ ਆਪਣਾ ਟੌਪਿਕ ਜਿਹੜਾ ਹੈ ਉਹ ਹੈ ਜਿਓਮੈਟ੍ਰਿਕ ਮੀਨ। ਸੋ ਇਸ ਤੋਂ ਪਹਿਲਾਂ ਵੀ ਅਸੀਂ ਇੱਕ ਮੀਨ ਜਿਹੜੀ ਆ ਪੜ੍ਹ ਚੁੱਕੇ ਹਾਂ, ਅਰਿਥਮੈਟਿਕ ਮੀਨ, ਜਿਸ ਦੇ ਵਿੱਚ ਅਸੀਂ ਦੋ ਨੰਬਰਸ ਦੇ ਵਿਚਕਾਰ ਇੱਕ ਨੰਬਰ ਇਨਸਰਟ ਕੀਤਾ ਸੀ, ਇਵਨ ਮਲਟੀਪਲ ਇਨਸਰਟ ਕੀਤੇ ਸੀ ਕਿ ਜੋ ਰਿਜ਼ਲਟਿੰਗ ਸੀਕੁਐਂਸ ਜਿਹੜੀ ਬਣੀ ਸੀ ਉਹ ਕੀ ਬਣੀ ਸੀ ਕਿ ਏਪੀ ਬਣੀ ਸੀ, ਅਰਿਥਮੈਟਿਕ ਪ੍ਰੋਗਰੈਸ਼ਨ ਬਣੀ ਸੀ। ਸੋ ਸੇਮ ਸਾਡੇ ਪਾਸ ਜਿਓਮੈਟ੍ਰਿਕ ਮੀਨ ਹੈ। ਅਸੀਂ ਦੋ ਨੰਬਰਾਂ ਦੇ ਵਿਚਕਾਰ ਏ ਤੇ ਬੀ ਦੇ ਵਿਚਕਾਰ ਇੱਕ ਜਾਂ ਇੱਕ ਤੋਂ ਜ਼ਿਆਦਾ ਜਿੰਨੇ ਵੀ ਤੁਸੀਂ ਕਹੋ ਕਿੰਨੇ ਵੀ ਇਨਸਰਟ ਕਰ ਸਕਦੇ ਹਾਂ। ਫਿਲਹਾਲ ਆਪਾਂ ਇੱਕ ਦੀ ਗੱਲ ਕਰਦੇ ਹਾਂ ਕਿ ਇੱਕ ਨੰਬਰ ਇਨਸਰਟ ਕਰਨਾ ਹੈ, ਇੱਕ ਨੰਬਰ, ਤੇ ਜਿਹੜੀ ਰਿਜ਼ਲਟਿੰਗ ਸੀਕੁਐਂਸ ਕੀ ਹੋਣੀ ਚਾਹੀਦੀ ਹੈ, ਜੀਪੀ ਬਣਨੀ ਚਾਹੀਦੀ ਹੈ, ਜਿਓਮੈਟ੍ਰਿਕ ਪ੍ਰੋਗਰੈਸ਼ਨ ਬਣਨੀ ਚਾਹੀਦੀ ਹੈ। ਸੋ ਇੱਥੇ ਮੈਂ ਸਿੰਗਲ ਜਿਓਮੈਟ੍ਰਿਕ ਮੀਨ ਇਨਸਰਟ ਕਰ ਰਿਹਾ ਇੱਕ। ਤੁਸੀਂ ਕਿੰਨੀਆਂ ਵੀ ਕਰ ਸਕਦੇ ਹੋ, 2 3 4। ਫੋਰ ਐਗਜ਼ਾਮਪਲ ਮੇਰੇ ਪਾਸ ਕੀ ਹੈ, ਦੋ ਨੰਬਰਸ ਨੇ, ਸਪੋਜ਼ 5 ਹੈ ਤੇ 125 ਹੈ। ਤਾਂ ਮੈਂ ਇਸ ਦੇ ਵਿਚਕਾਰ ਇੱਕ ਨੰਬਰ ਇਨਸਰਟ ਕਰਨਾ ਹੈ ਕਿ ਕੀ ਬਣ ਜੇ, ਜੀਪੀ ਬਣ ਜੇ। ਸੋ 5 5 25, 25 5 125 ਸੀ, ਜ਼ਬਾਨੀ ਵੀ ਮੂੰਹ ਜ਼ਬਾਨੀ ਕਰ ਸਕਦੇ ਇਨਸਰਟ 25 25। ਜਾਂ ਦੂਸਰਾ ਤਰੀਕਾ ਕੀ ਹੈ ਸਾਡੇ ਪਾਸ, ਅਸੀਂ ਕਿਸ ਤਰ੍ਹਾਂ ਇਨਸਰਟ ਕਰ ਸਕਦੇ ਹਾਂ ਕਿ ਜਿਹੜੀ ਕਾਮਨ ਰੇਸ਼ੋ ਹੋਣੀ ਚਾਹੀਦੀ ਹੈ ਉਹ ਕੀ ਹੋਣੀ ਚਾਹੀਦੀ ਹੈ, ਬਰਾਬਰ ਹੋਣੀ ਚਾਹੀਦੀ ਹੈ। ਜੇ ਮੇਰੇ ਪਾਸ ਇਹ ਦੋ ਨੰਬਰ ਨੇ T2 ਓਵਰ T1, ਇਸੇ ਤਰ੍ਹਾਂ T3 ਇਹ ਤੀਜੀ ਟਰਮ ਹੈ ਓਵਰ T2, ਜਿਹੜੀ ਰੇਸ਼ੋ ਹੋਣੀ ਚਾਹੀਦੀ ਹੈ ਉਹ ਕੀ ਹੋਣੀ ਚਾਹੀਦੀ ਹੈ, ਹਮੇਸ਼ਾ ਬਰਾਬਰ, ਤਦ ਹੀ ਜੀਪੀ ਹੈ। ਜੇ ਰੇਸ਼ੋ ਬਰਾਬਰ ਨਹੀਂ ਤਾਂ ਉਹ ਜੀਪੀ ਨਹੀਂ ਹੈ। ਸੋ ਮੇਰੇ ਪਾਸ ਸਪੋਜ਼ ਇਹ ਨੰਬਰ ਮਿਸਿੰਗ ਹੈ, ਇਹ ਮੈਂ ਫਾइंड करना है, जी है, ਜਿਓਮੈਟ੍ਰਿਕ ਮੀਨ ਹੈ। ਤਾਂ T2G ਓਵਰ 5 ਇਕੁਅਲਸ 125 ਓਵਰ G। ਸੋ ਇੱਥੋਂ ਅਸੀਂ ਕ੍ਰੋਸ ਮਲਟੀਪਲਾਈ ਕਰ ਸਕਦੇ ਹਾਂ ਟੂ ਫਾइंड G। ਸੋ ਦੈਟ ਮੀਨਸ G ਸਕੇਅਰ ਇਜ਼ ਇਕੁਅਲ ਟੂ 125 ਗੁਣਾ 5 625। ਸੋ 625 ਇੱਧਰ G ਸਕੇਅਰ ਹੈ, ਕਿਸ ਦਾ ਸਕੇਅਰ ਹੈ, 25 ਦਾ। ਦੈਟ ਮੀਨਸ G ਇਜ਼ ਇਕੁਅਲ ਟੂ ਪਲੱਸ ਮਾਈਨਸ 25। ਈਵਨ ਪਲੱਸ 25 ਵੀ ਇਨਸਰਟ ਕਰ ਸਕਦੇ ਸੀ ਤੇ ਮਾਈਨਸ ਵੀ, ਦੋਨੋਂ ਕੇਸਿਸ ਦੇ ਵਿੱਚ ਸਾਡੇ ਪਾਸ ਇਹ ਜਿਓਮੈਟ੍ਰਿਕ ਪ੍ਰੋਗਰੈਸ਼ਨ ਬਣਨੀ ਸੀ। ਸੋ ਸਾਡੀ ਜਿਹੜੀ GM ਹੈ, ਜਿਓਮੈਟ੍ਰਿਕ ਮੀਨ ਹੈ, ਦੈਟ ਕੈਨ ਬੀ ਪਲੱਸ ਮਾਈਨਸ 25। ਓਰਲ ਜਿਹੜੀ ਅਸੀਂ ਇਨਸਰਟ ਕੀਤੀ ਸੀ ਸਾਨੂੰ ਲੱਗਿਆ ਕਿ ਹਾਂ 5 5 ਇਜ਼ 25, 25 ਇਜ਼ 125, ਉਹ ਵੀ ਸਹੀ ਸੀ, ਬਟ ਸਾਡੇ ਪਾਸ ਕਿੰਨੇ ਆਂਸਰ ਆ ਰਹੇ ਨੇ, ਦੋ। ਸੋ ਜੇਕਰ ਮੈਂ ਰਿਲੇਸ਼ਨ ਦੀ ਗੱਲ ਕਰਾਂ ਕਿ ਜਿਓਮੈਟ੍ਰਿਕ ਮੀਨ ਦਾ ਰਿਲੇਸ਼ਨ ਕੀ ਬਣੇਗਾ, ਸਾਡੇ ਪਾਸ ਫਾਰਮੂਲਾ ਕੀ ਬਣੇਗਾ। ਸੋ ਮੇਰੇ ਪਾਸ ਐਂਡ ਪੁਆਇੰਟਸ ਕੀ ਨੇ, ਏ ਬੀ ਨੇ। ਇੱਥੇ ਮੇਰੇ ਪਾਸ ਐਂਡ ਪੁਆਇੰਟਸ 5 ਤੇ 25 ਸੀ, 5 ਤੇ 25 ਨੂੰ ਗੁਣਾ ਕੀਤਾ ਮੈਂ ਤੇ ਉਸ ਦਾ ਕੀ ਫਾइंड ਕੀਤਾ, ਰੂਟ। ਜੇ ਮੈਂ 5 ਤੇ 25 ਦੀ ਜਗ੍ਹਾ ਤੇ ਏ ਤੇ ਬੀ ਸਪੋਜ਼ ਕਰ ਲਾਂ, ਲਾਈਕ ਕਿ ਜੀ ਮੇਰੇ ਪਾਸ ਇਹ ਫਸਟ ਟਰਮ ਹੈ, ਇਹ ਮੇਰੀ ਜਿਓਮੈਟ੍ਰਿਕ ਮੀਨ ਫਾइंड ਕਰਨੀ ਹੈ, ਜੀ ਓਵਰ ਏ सेकंड टर्म ओवर फर्स्ट टर्म मस्ट बी इक्वल टू थर्ड टर्म ओवर सेकंड टर्म। सो जी इंटू जी इज जी स्केयर इज इक्वल टू ए इंटू बी, प्रोडक्ट ऑफ टू नंबर्स। सो जी की आ गई मेरे पास रूट ए बी। जेकर मैं सिंगल जियोमैट्रिक मीन इंसर्ट करनी है उसके लिए फार्मूला बनेगा रूट ए बी। जिस तरह अरिथमैटिक मीन ए एम दे विच की बनिया सी ए प्लस बी ओवर 2। जेकर ਇੱਕ ਮੀਨ ਅਰਿਥਮੈਟਿਕ ਆਪਣੇ ਮੀਨ ਇਨਸਰਟ ਕੀਤੀ ਸੀ a ਪਲੱਸ ਬੀ ਓਵਰ 2। ਇੱਥੇ ਮੈਂ ਜੇਕਰ ਸਿੰਗਲ ਜਿਓਮੈਟ੍ਰਿਕ ਮੀਨ ਇਨਸਰਟ ਕਰਨੀ ਹੈ ਦੈਨ g ਇਜ਼ ਇਕੁਅਲ ਟੂ ਅੰਡਰ ਰੂਟ ਆਫ a ਇੰਟੂ b। ਈਜ਼ੀ ਹੈ। ਸੋ ਕੁਐਸਚਨ ਕੀ ਹੈ ਕਿ ਨੈਕਸਟ ਸਾਡੇ ਪਾਸ ਕਿ ਕੀ ਅਸੀਂ ਇੱਕ ਤੋਂ ਵੱਧ ਮੀਨਸ ਇਨਸਰਟ ਕਰ ਸਕਦੇ ਹਾਂ, ਬਿਲਕੁਲ ਕਿੰਨੀਆਂ ਵੀ ਇਨਸਰਟ ਕਰ ਸਕਦੇ ਹਾਂ, ਅਤੇ ਫਿਰ ਉਹ ਕਿਸ ਤਰ੍ਹਾਂ ਇਨਸਰਟ ਕਰੀਏ। ਜਿਸ ਤਰ੍ਹਾਂ ਸਾਡੇ ਪਾਸ ਏਪੀ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਜਿੰਨੀਆਂ ਵੀ ਮੈਂ ਨੰਬਰ ਆਫ ਮੀਨਸ ਇਨਸਰਟ ਕਰਨੀਆਂ ਨੇ, ਮੈਂ 4 ਇਨਸਰਟ ਕਰਨੀਆਂ ਸਪੋਜ਼ ਇਹਨਾਂ ਦੋ ਨੰਬਰਸ ਦੇ ਵਿਚਕਾਰ 4 ਮੀਨਸ ਜਿਓਮੈਟ੍ਰਿਕ ਮੀਨਸ ਇਨਸਰਟ ਕਰਨੀਆਂ ਨੇ, ਤਦ ਕਿ ਜਿਹੜੀ ਰਿਜ਼ਲਟਿੰਗ ਸੀਕੁਐਂਸ ਕੀ ਬਣਨੀ ਚਾਹੀਦੀ ਹੈ, ਇੱਕ ਜੀਪੀ ਬਣਨੀ ਚਾਹੀਦੀ ਹੈ। ਸੋ ਜੇ ਮੈਂ ਧਿਆਨ ਨਾਲ ਦੇਖਾਂ ਤਾਂ ਮੈਂ ਇੱਥੇ 4 ਨੰਬਰ ਇਨਸਰਟ ਕਰਨੇ ਨੇ, G1 G2 G3 G4। 4 ਮੀਨਸ ਮੈਂ ਇਨਸਰਟ ਕਰਤੀਆਂ, G1 G2 G3 ਤੇ G4। ਸੋ ਏ ਪੀ ਦੀ ਤਰ੍ਹਾਂ ਹੀ ਇੱਥੇ ਨੰਬਰ ਆਫ ਟਰਮਸ ਕਿੰਨੀਆਂ ਬਣ ਗਈਆਂ ਸਾਡੇ ਪਾਸ, ਦੇਖੋ 4 ਤਾਂ ਇਨਸਰਟ ਹੋ ਗਈਆਂ, 2 ਮੈਨੂੰ ਦਿੱਤੀਆਂ ਹੋਈਆਂ ਨੇ, ਤਾਂ ਟੋਟਲ ਨੰਬਰ ਆਫ ਟਰਮਸ ਕਿੰਨੀਆਂ ਬਣ ਗਈਆਂ, n ਪਲੱਸ
ਜਿੰਨੀ ਵੀ ਤੁਸੀਂ ਮੀਨਸ ਇਨਸਰਟ ਕਰਨੀਆਂ ਨੇ +2, ਸੋ ਇਹ ਬਣ ਗਈਆਂ 4 + 2 ਕੀ ਹੋ ਗਈਆਂ 6। ਜਿੰਨੀਆਂ ਵੀ ਤੁਹਾਨੂੰ ਮੀਨ ਇਨਸਰਟ ਕਰਨ ਦੇ ਲਈ ਕਹੀਆਂ ਨੇ 5 ਦੱਸੀਆਂ ਨੇ 7 ਦੱਸੀਆਂ ਨੇ ਤਾਂ 2 ਨੰਬਰ ਸਾਡੇ ਪਾਸ ਪਹਿਲਾਂ ਹੀ ਨੇ, 2 ਟਰਮਸ, ਤਾਂ ਟੋਟਲ ਨੰਬਰ ਆਫ ਟਰਮਸ 2 ਵੱਧ ਜਾਣਗੀਆਂ। ਸੋ 4 GM ਕਹੀਆਂ ਨੇ ਤਾਂ ਟੋਟਲ ਨੰਬਰ ਆਫ ਟਰਮਸ ਕਿੰਨੀਆਂ ਹੋ ਗਈਆਂ 6। ਦੈਟ ਮੀਨਸ ਮੈਨੂੰ ਫਸਟ ਟਰਮ ਪਤਾ ਹੈ, AP ਦੇ ਵਿੱਚ ਵੀ ਫਸਟ ਟਰਮ ਪਤਾ ਸੀ, ਤਾਂ GP ਦੇ ਵਿੱਚ ਵੀ ਫਸਟ ਟਰਮ ਪਤਾ ਹੈ। ਦੈਟ ਮੀਨਸ A = 6 ਹੈ। ਈਵਨ ਮੈਨੂੰ ਲਾਸਟ ਟਰਮ ਵੀ ਪਤਾ ਹੈ L, ਤੇ ਕਿੰਨੇ ਵੀ ਹੈ ਫਸਟ, ਸੈਕੰਡ, ਥਰਡ, ਫੋਰਥ, ਫਿਫਥ, ਸਿਕਸਥ, ਕਿਉਂਕਿ ਨੰਬਰ ਆਫ ਟਰਮਸ ਕਿੰਨੀਆਂ ਨੇ 6 ਨੇ। ਦੈਟ ਮੀਨਸ T6 = 192। ਲਾਸਟ ਟਰਮ ਵੀ ਪਤਾ ਹੈ, A ਪਤਾ ਹੈ, N ਪਤਾ ਹੈ ਕਿੰਨੀਆਂ ਟਰਮਸ ਨੇ, ਲਾਸਟ ਟਰਮ ਪਤਾ ਹੈ। ਮਿਸਿੰਗ ਕੀ ਹੈ? ਮਿਸਿੰਗ ਹੈ ਕਾਮਨ ਰੇਸ਼ੋ, ਕਿਉਂਕਿ ਸਾਨੂੰ R ਤਾਂ ਜ਼ਰੂਰ ਚਾਹੀਦਾ ਹੈ, ਤਦ ਹੀ ਅਸੀਂ GP ਦਾ ਕੋਈ ਕੁਐਸਚਨ ਜਿਹੜਾ ਸੋਲਵ ਕਰ ਸਕਦੇ ਹਾਂ। ਲਾਈਕ AP ਦੇ ਵਿੱਚ ਸਾਨੂੰ A ਤੇ D ਚਾਹੀਦਾ ਹੈ, ਇਸੇ ਤਰ੍ਹਾਂ GP ਦੇ ਵਿੱਚ ਸਾਨੂੰ A ਤੇ R ਕਾਮਨ ਰੇਸ਼ੋ ਚਾਹੀਦੀ ਹੈ। ਸੋ T6 ਟਰਮ 6 ਦਾ ਫਾਰਮੂਲਾ ਕੀ ਹੁੰਦਾ ਹੈ? ਦੈਟ ਇਜ਼ A × R⁵ 5 n-1 = 192। ਸੋ A ਦੀ ਵੈਲਿਊ ਅਸੀਂ ਪੁੱਟ ਕਰ ਦਿੰਦੇ ਹਾਂ 6 × R⁵ 5 = 192। 6 ਕੈਂਸਲਸ ਆਊਟ, 6 3 is 18, 6 2 is 12, 32। ਸੋ R⁵ 5 = 32। 32 ਨੂੰ ਫੈਕਟਰਾਈਜ਼ ਕਰਨਾ ਪਏਗਾ, 2 दूनी 4, 2 8, 2 16, 2 32, 2⁵ 5। ਸੋ ਦੋਸਤੋ ਇੱਥੇ ਜਿਹੜੀ 2 ਦੀ ਪਾਵਰ ਹੈ ਉਹ ਕੀ ਹੈ? ਔਡ ਹੈ। ਤਾਂ ਜਦੋਂ ਪਾਵਰ ਔਡ ਹੁੰਦੀ ਹੈ ਤਾਂ ਜਿਹੜਾ ਵਿੱਚ ਸਾਈਨ ਹੁੰਦਾ ਹੈ ਨੰਬਰ ਦੇ ਨਾਲ ਉਹ ਫਿਕਸ ਹੁੰਦਾ ਹੈ, ਜਾਂ ਪੋਜ਼ੀਟਿਵ ਜਾਂ ਨੈਗੇਟਿਵ। ਇੱਥੇ 2 ਦੇ ਨਾਲ ਪੋਜ਼ੀਟਿਵ ਸਾਈਨ ਹੀ ਆਏਗਾ। ਦੈਟ ਮੀਨਸ R = 2। ਜੇਕਰ ਪਾਵਰ ਈਵਨ ਹੁੰਦੀ, ਈਵਨ ਪਾਵਰ ਲਾਈਕ 2 4 6, ਫਿਰ ਅਸੀਂ ਪਲੱਸ ਅਤੇ ਮਾਈਨਸ ਦੋਨੋਂ ਕੰਸੀਡਰ ਕਰਨੇ ਸੀ, ਜਿਸ ਤਰ੍ਹਾਂ ਅਸੀਂ ਅੰਡਰ ਰੂਟ ਫਾਈਂਡ ਕਰਦੇ ਹਾਂ ਉਸ ਤਰੀਕੇ ਦੇ ਨਾਲ, ਕਿਉਂਕਿ ਇੱਧਰ ਆ ਕੇ ਸਾਨੂੰ 5th ਰੂਟ ਫਾਈਂਡ ਕਰਨਾ ਪੈਣਾ ਹੈ। ਜੇ ਮੈਂ ਸੈਕੰਡ ਰੂਟ, ਸਕੇਅਰ ਰੂਟ ਜਿਸ ਨੂੰ ਬੋਲਦੇ ਹਾਂ ਅਸੀਂ, 4th ਰੂਟ, 6th ਰੂਟ ਫਾਈਂਡ ਕਰਦਾ ਤਾਂ ਪਲੱਸ ਮਾਈਨਸ ਸਾਈਨ ਦੋਨੋਂ ਆਉਂਦੇ ਇੱਥੇ। ਬਟ ਇੱਥੇ ਮੇਰੇ ਪਾਸ ਪਾਵਰ ਕੀ ਹੈ? ਔਡ ਹੈ। 5th ਰੂਟ ਫਾਈਂਡ ਕਰਨਾ ਪਏਗਾ ਮੈਨੂੰ ਇੱਧਰ ਆ ਕੇ, ਤਾਂ ਔਡ ਜਿਵੇਂ ਕਿਊਬ ਫਾਈਂਡ ਕਰਦੇ ਹਾਂ, ਕਿਊਬ ਰੂਟ, ਉਸ ਦੇ ਵਿੱਚ ਇੱਕੋ ਸਾਈਨ ਆਉਂਦਾ ਹੈ, ਤਾਂ 5th ਰੂਟ ਦੇ ਵਿੱਚ ਵੀ ਇੱਕੋ ਸਾਈਨ ਆਉਣਾ ਹੈ, 7th ਰੂਟ ਦੇ ਵਿੱਚ ਵੀ ਇੱਕੋ ਸਾਈਨ ਆਉਣਾ ਹੈ ਪੋਜ਼ੀਟਿਵ, ਕਿਉਂਕਿ 2 ਕੀ ਆ ਰਿਹਾ ਇੱਥੇ? ਪੋਜ਼ੀਟਿਵ। ਰਾਈਟ ਸਾਈਡ ਮੇਰੇ ਪਾਸ ਪੋਜ਼ੀਟਿਵ ਹੈ। ਸੋ R ਕੀ ਆ ਗਈ ਮੇਰੇ ਪਾਸ? 2। ਸੋ ਕਾਮਨ ਰੇਸ਼ੋ ਪਤਾ ਹੈ, A ਪਤਾ ਹੈ। ਮੈਂ ਸੈਕੰਡ ਟਰਮ, ਦੇਖੋ ਸੈਕੰਡ ਟਰਮ ਕੀ ਹੈ? G1। ਸੈਕੰਡ ਟਰਮ ਫਾਈਂਡ ਕਰਨੀ ਹੈ, ਬਟ ਮੀਨ ਕਿਹੜੀ ਹੈ? ਪਹਿਲੀ ਹੈ। ਤੇ ਸੈਕੰਡ ਟਰਮ ਦਾ ਫਾਰਮੂਲਾ ਕੀ ਹੁੰਦਾ ਹੈ? A × R⁵ 2 - 1 n-1 A × R। ਜਿਵੇਂ ਅਸੀਂ AP ਦੇ ਵਿੱਚ ਗੱਲ ਕੀਤੀ ਸੀ ਕਿ ਜੇਕਰ ਮੈਂ ਅਰਿਥਮੈਟਿਕ ਮੀਨ ਦੀ ਗੱਲ ਕਰਾਂ ਕਿ ਮੈਂ ਫਸਟ ਮੀਨ ਇਨਸਰਟ ਕਰਨੀ ਹੈ ਤਾਂ ਜਿੰਨੀ ਵੀ ਮੀਨ ਹੋਏਗੀ ਉਨੀਆਂ ਹੀ ਡੀਜ਼ ਹੋਣਗੀਆਂ, A + D। ਉਹਨੂੰ ਫਾਈਂਡ ਕਰਨਾ ਜੀ ਅਸੀਂ, ਕਿਉਂਕਿ ਅਰਿਥਮੈਟਿਕ ਜਿਹੜੀ ਫਸਟ ਮੀਨ ਹੈ ਉਹ ਟਰਮ ਸੈਕੰਡ ਹੈ, ਤਾਂ n-1 2 - 1 ਸਾਡੇ ਕੋਲ ਕੀ ਆਇਆ ਸੀ? 1D ਆਇਆ ਸੀ। ਇਸੇ ਤਰ੍ਹਾਂ ਇੱਥੇ ਮੇਰੇ ਪਾਸ ਸੈਕੰਡ ਟਰਮ ਹੈ, ਕੌਣ? ਜਿਓਮੈਟ੍ਰਿਕ ਮੀਨ। ਫਸਟ ਜਿਓਮੈਟ੍ਰਿਕ ਮੀਨ ਜਿਹੜੀ ਹੈ ਉਹ ਟਰਮ ਕਿੰਨੀ ਬਣਦੀ ਹੈ? ਦੂਸਰੀ ਬਣਦੀ ਹੈ, ਫਸਟ ਸੈਕੰਡ। ਤਾਂ ਸੈਕੰਡ ਟਰਮ ਦੇ ਲਈ ਫਾਰਮੂਲਾ ਕੀ ਹੋਏਗਾ? A × R⁵ 2 - 1, 1 ਰਹਿ ਗਿਆ, ਸੋ A × R। ਸੋ ਜਿੰਨਾ ਇੱਥੇ ਹੈ ਉਨੀ ਹੀ ਪਾਵਰ ਆਣੀ ਹੈ ਜਿਓਮੈਟ੍ਰਿਕ ਮੀਨ ਦੇ ਵਿੱਚ। ਸੋ 6 × 2 ਦੈਟ ਇਜ਼ 12। ਸੋ ਫਸਟ ਜਿਓਮੈਟ੍ਰਿਕ ਮੀਨ 12 ਹੋ ਗਈ ਹੈ। ਸੈਕੰਡ 12 × 2 24, 2 ਨਾਲ ਮਲਟੀਪਲਾਈ ਕਰਦੇ ਜਾਣਾ ਹੈ। ਫਸਟ 12 24 48 96 192 ਮਲਟੀਪਲਾਈ ਕਰਦੇ ਜਾਵਾਂਗੇ 2 ਦੇ ਨਾਲ। ਸੋ ਸੈਕੰਡ ਵੀ ਫਾਈਂਡ ਕਰ ਸਕਦੇ ਹਾਂ ਜੇ ਤੁਸੀਂ ਕਰਨੀ ਚਾਹੋ। G2 ਦੇ ਲਈ ਫਾਰਮੂਲਾ ਕੀ ਬਣੇਗਾ? A × R ਯੈਸ ਸਕੇਅਰ, ਜੋ ਇੱਥੇ ਹੈ ਉਹੀ ਇੱਥੇ ਆਉਣਾ ਇਨ ਕੇਸ ਆਫ ਜਿਓਮੈਟ੍ਰਿਕ ਮੀਨ। ਸੋ AR² ਦੈਟ ਇਜ਼ 6 × 2 ਸਕੇਅਰ, 2 ਸਕੇਅਰ ਇਜ਼ 4, ਸੋ 6 × 4 ਇਜ਼ 24। ਸੋ ਇਹ ਮੇਰੇ ਪਾਸ G2 ਆ ਗਈ, ਸੈਕੰਡ ਜਿਓਮੈਟ੍ਰਿਕ ਮੀਨ ਹੋ ਗਈ। ਠੀਕ ਹੈ, ਤੇ ਥਰਡ ਜਿਓਮੈਟ੍ਰਿਕ ਮੀਨ ਵੀ ਫਾਈਂਡ ਕਰ ਸਕਦੇ ਹਾਂ G3। ਸੋ ਦੈਟ ਇਜ਼ A × R3, ਇੱਥੇ 3 ਹੈ ਤਾਂ ਇੱਥੇ ਵੀ 3। ਸੋ 6 × 2⁵3, 2³ ਇਜ਼ 8, ਸੋ 6 × 8 ਇਜ਼ 48। ਇਸੇ ਤਰ੍ਹਾਂ G4 ਵੀ ਫਾਈਂਡ ਕਰ ਸਕਦੇ ਹੋ। ਸੋ ਤੁਸੀਂ ਕਿੰਨੀਆਂ ਵੀ ਜਿਓਮੈਟ੍ਰਿਕ ਮੀਨਸ ਜਿਹੜੀਆਂ ਨੇ ਕਿਸੇ ਦੋ ਨੰਬਰਸ ਦੇ ਵਿਚਕਾਰ ਇਨਸਰਟ ਕਰ ਸਕਦੇ ਹੋ। ਲਾਈਕ 6 ਤੇ ਮੈਂ 192 ਦੇ ਵਿਚਕਾਰ ਇਨਸਰਟ ਕੀਤੀ ਹੈ। ਸਟੈਪਸ ਸਾਡੇ ਆਲਮੋਸਟ AP ਵਾਲੇ ਨੇ, ਅਰਿਥਮੈਟਿਕ ਮੀਨ ਵਾਲੇ ਨੇ, ਲਾਈਕ ਕਿ ਸਾਨੂੰ A ਪਤਾ ਹੈ ਉਸ ਦੇ ਵਿੱਚ,
ਸਾਨੂੰ ਲਾਸਟ ਟਰਮ ਪਤਾ ਹੈ, ਤਾਂ ਇਹਦੇ ਵਿੱਚ ਵੀ A ਤੇ ਲਾਸਟ ਟਰਮ ਸਾਨੂੰ ਪਤਾ ਹੈ। ਨੰਬਰ ਆਫ ਟਰਮਸ 2 ਵੱਧ ਗਈਆਂ ਨੇ ਕਿਉਂਕਿ ਐਂਡ ਪੁਆਇੰਟ ਸਾਨੂੰ ਪਹਿਲਾਂ ਹੀ ਦਿੱਤੇ ਹੋਏ ਨੇ। ਜਿੰਨੀਆਂ ਅਸੀਂ ਮੀਨਸ ਇਨਸਰਟ ਕਰਨੀਆਂ ਨੇ ਉਹਦੇ ਨਾਲ 2 ਟਰਮਸ ਜ਼ਿਆਦਾ ਨੇ, ਦੈਟ ਮੀਨਸ ਲਾਸਟ ਟਰਮ ਮੇਰੀ ਕਿੰਨੀ ਬਣੀ 4 GMs ਨੇ 5 6 ਤਾਂ ਮੈਂ T6 ਲਵਾਂਗਾ। ਤਾਂ T6 ਤੋਂ ਮੈਂ ਇੱਥੇ ਤੋਂ ਮੇਰੇ ਪਾਸ ਕਾਮਨ ਰੇਸ਼ੋ ਮਿਸਿੰਗ ਹੈ, ਮੈਂ R ਫਾਈਂਡ ਕਰ ਲਾਂਗਾ। ਜਦੋਂ ਮੈਨੂੰ R ਪਤਾ ਲੱਗ ਗਿਆ, A ਪਤਾ ਹੈ, ਤਾਂ ਮੈਂ ਕੋਈ ਵੀ GP ਦੀ ਜਿਹੜੀ ਟਰਮ ਹੈ ਫਾਈਂਡ ਕਰ ਸਕਦਾ, ਚਾਹੇ ਉਹ 5th ਟਰਮ ਹੈ, ਚਾਹੇ 4th ਟਰਮ ਹੈ, ਚਾਹੇ 3rd ਹੈ, ਚਾਹੇ 2nd ਹੈ। ਮੈਂ ਟਰਮ ਦੀ ਗੱਲ ਕਰ ਰਿਹਾ, ਜਿਓਮੈਟ੍ਰਿਕ ਮੀਨ ਦੀ ਨਹੀਂ। ਜਿਓਮੈਟ੍ਰਿਕ ਮੀਨ ਇਹ ਫਸਟ ਹੈ, ਟਰਮ ਸੈਕੰਡ ਹੈ, ਦੋਨਾਂ 'ਚ ਫਰਕ ਹੈ। ਸੋ ਇਸ ਗੱਲ ਦਾ ਧਿਆਨ ਰੱਖਣਾ ਆਪਾਂ ਨੇ। ਸੋ ਨੈਕਸਟ ਸਾਡੇ ਪਾਸ ਹੈ ਰਿਲੇਸ਼ਨ ਬਿਟਵੀਨ ਅਰਿਥਮੈਟਿਕ ਮੀਨ ਐਂਡ ਜਿਓਮੈਟ੍ਰਿਕ ਮੀਨ। ਸਪੋਜ਼ ਮੇਰੇ ਪਾਸ ਦੋ ਨੰਬਰਸ ਨੇ A ਤੇ B। ਸੋ ਇਹਨਾਂ ਦੀ ਅਰਿਥਮੈਟਿਕ ਮੀਨ ਕਿਸ ਤਰ੍ਹਾਂ ਫਾਈਂਡ ਕਰਨੀ ਅਸੀਂ AM। ਸਪੋਜ਼ A ਲਿਖ ਦਿੰਦੇ ਇਸ ਨੂੰ ਅਸੀਂ ਸਮ ਆਫ ਟੂ ਨੰਬਰਸ ਡਿਵਾਈਡਡ ਬਾਈ 2, ਇਹ ਫਾਰਮੂਲਾ ਹੈ। ਇਸੇ ਤਰ੍ਹਾਂ GM ਜਿਓਮੈਟ੍ਰਿਕ ਮੀਨ, ਸਪੋਜ਼ G ਹੈ ਸਾਡੇ ਪਾਸ, ਇਸ ਨੂੰ ਅਸੀਂ ਹੁਣੇ ਸਿੱਖਿਆ ਫਾਈਂਡ ਕਰਨਾ ਰੂਟ AB। ਸੋ ਕੀ ਇਹਨਾਂ ਦੇ ਵਿਚਕਾਰ ਕੋਈ ਰਿਲੇਸ਼ਨ ਬਣਦਾ ਹੈ? A+B/2 ਹੈ, ਦੂਸਰਾ ਮੇਰੇ ਪਾਸ ਰੂਟ AB ਹੈ। ਅਰਿਥਮੈਟਿਕ ਮੀਨ ਤੇ ਜਿਓਮੈਟ੍ਰਿਕ ਮੀਨ ਦੇ ਵਿਚਕਾਰ ਕੀ ਕੋਈ ਰਿਲੇਸ਼ਨ ਹੈ ਇੱਦਾਂ ਦਾ? ਸਪੋਜ਼ ਮੈਂ ਇਹਨਾਂ ਦਾ ਡਿਫਰੈਂਸ ਫਾਈਂਡ ਕਰ ਲੈਣਾ ਕਿਸੇ ਵੀ ਤਰ੍ਹਾਂ, ਚਾਹੇ A ਦੇ ਵਿੱਚੋਂ G ਘਟਾ ਲੈਣਾ ਜਾਂ G ਦੇ ਵਿੱਚੋਂ A ਘਟਾ ਲੈਣਾ, ਕਿਸੇ ਵੀ ਤਰ੍ਹਾਂ ਡਿਫਰੈਂਸ ਲੈ ਸਕਦੇ ਹੋ। ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਕਿ ਜੀ ਇਹ ਅੱਗੇ ਰੱਖਣਾ ਜਾਂ ਇਹ ਅੱਗੇ ਰੱਖਣਾ, ਕਿਸੇ ਵੀ ਟਰਮ ਨੂੰ ਤੁਸੀਂ ਅੱਗੇ ਲਿਖ ਸਕਦੇ ਹੋ, ਕੋਈ ਇਸ਼ੂ ਨਹੀਂ ਹੈ। ਸੋ ਮੈਂ ਸਪੋਜ਼ A ਦੇ ਵਿੱਚੋਂ G ਜਿਹੜਾ ਇਹ ਘਟਾ ਕੇ ਦੇਖਦਾ ਕੀ ਬਣਦਾ ਇਹਦਾ। ਸੋ A-G, A ਕੀ ਹੈ ਮੇਰੇ ਪਾਸ A+B/2 ਮਾਈਨਸ ਰੂਟ AB। ਸੋ ਦੇਖੋ ਫਸਟ ਮੇਰੇ ਪਾਸ ਫਰੈਕਸ਼ਨ ਹੈ, ਸੈਕੰਡ ਮੇਰੇ ਪਾਸ ਨੀਚੇ 1 ਆ ਰਿਹਾ, ਤਾਂ ਮੈਨੂੰ ਐਲਸੀਐਮ ਲੈਣਾ ਪਏਗਾ। ਦੈਟ ਮੀਨਸ A+B, 2 ਇੱਥੇ ਮਲਟੀਪਲਾਈ ਹੋਏਗਾ -2 ਰੂਟ AB/2। ਸੋ ਇਹ ਕੀ ਬਣ ਗਿਆ ਮੇਰੇ ਪਾਸ ਉੱਪਰ A ਹੈ। A ਨੂੰ ਮੈਂ ਕੀ ਲਿਖ ਸਕਦਾ ਕਿ ਚਲੋ ਨੈਕਸਟ ਲਿਖਦੇ ਹਾਂ A+B ਮਾਈਨਸ ਇਹ ਮੇਰੇ ਪਾਸ ਹੈ 2 ਰੂਟ A ਇੰਟੂ ਰੂਟ B/2। ਸੋ ਜੇ ਮੈਂ ਧਿਆਨ ਨਾਲ ਦੇਖਾਂ, ਦੇਖੋ ਇਹ ਮੇਰੇ ਪਾਸ 2AB ਟਾਈਪ ਬਣਦਾ ਕੁਛ। ਜੇ ਅੱਗੇ ਸਕੇਅਰ ਆ ਜਾਵੇ A² + B², ਤਾਂ ਜਿਹੜਾ A ਹੈ ਇਹ ਮੇਰੇ ਪਾਸ ਰੂਟ A ਦਾ ਸਕੇਅਰ ਹੈ, B ਰੂਟ B ਦਾ ਸਕੇਅਰ ਹੈ, -2 ਇੰਟੂ ਰੂਟ A ਇੰਟੂ ਰੂਟ B/2। ਤਾਂ ਉੱਪਰ ਮੇਰੇ ਪਾਸ ਇੱਕ ਕੰਪਲੀਟ ਸਕੇਅਰ ਬਣ ਰਿਹਾ, ਦੇਖੋ ਰੂਟ A² ਰੂਟ B² -2 ਰੂਟ A ਰੂਟ B। ਸੋ ਇਹ ਕਿਸ ਚੀਜ਼ ਦਾ ਫਾਰਮੂਲਾ ਬਣ ਗਿਆ ਮੇਰੇ ਪਾਸ ਰੂਟ A ਮਾਈਨਸ ਰੂਟ B ਹੋਲ ਸਕੇਅਰ ਓਵਰ 2। ਤਾਂ ਜੋ ਮੇਰੇ ਪਾਸ ਇਹ ਆਂਸਰ ਆ ਗਿਆ ਹੈ ਰੂਟ A - B/2 ਇਹ ਵਾਲਾ, ਇਹਦੇ ਬਾਰੇ ਅਸੀਂ ਕੀ ਡਰਾਈਵ ਕਰ ਸਕਦੇ ਹਾਂ, ਕੋਈ ਜੱਜਮੈਂਟ, ਕੀ ਅੰਦਾਜ਼ਾ ਲਗਾ ਸਕਦੇ ਹਾਂ? ਤੁਹਾਨੂੰ ਕੀ ਲੱਗਦਾ? ਇਹ ਦੇਖੋ 2 ਹੈ ਨੀਚੇ, 2 ਦੇ ਅੱਗੇ ਕਾਹਦਾ ਸਾਈਨ ਹੈ? ਪਲੱਸ ਦਾ ਸਾਈਨ ਹੈ, ਪੋਜ਼ੀਟਿਵ ਨੰਬਰ ਹੈ। ਤੇ ਇਸ ਉੱਪਰ ਕੀ ਹੈ? ਕਿਸੇ ਦੋ ਨੰਬਰਾਂ ਦਾ ਡਿਫਰੈਂਸ ਹੈ, ਪਰ ਮੈਂ ਕੀ ਲਿਆ ਹੋਇਆ ਉਹਦਾ ਉੱਪਰ ਸਕੇਅਰ। ਸੋ ਮੈਂ ਕਦੇ ਵੀ ਕਿਸੇ ਦਾ ਸਕੇਅਰ ਲਵਾਂ, ਸਪੋਜ਼ -3 ਦਾ ਸਕੇਅਰ ਲਿਆ ਤਦ ਵੀ +9 ਆਉਣਾ, 3 ਦਾ ਸਕੇਅਰ ਲਿਆ ਤਦ ਵੀ +9। ਮੀਨਸ ਸਕੇਅਰ ਜਿਹੜਾ ਹੈ ਦੈਟ ਇਜ਼ ਆਲਵੇਜ਼ ਪੋਜ਼ੀਟਿਵ। ਮੀਨਸ ਉੱਪਰ ਵੀ ਟਰਮ ਕੀ ਹੈ? ਪੋਜ਼ੀਟਿਵ ਹੈ, ਪਲੱਸ ਹੈ। ਹੋ ਸਕਦਾ 0 ਹੋ ਜਾਵੇ, A 'ਚੋਂ A ਇੱਥੇ ਵੀ A ਹੋਵੇ। ਤਾਂ ਦੋ ਪੋਸੀਬਿਲਿਟੀਜ਼ ਨੇ, ਜਾਂ ਤਾਂ ਇਹ 0 ਤੋਂ ਵੱਡਾ ਹੈ, ਪੋਜ਼ੀਟਿਵ ਵੈਲਿਊ ਹੈ। ਜੇ ਇਹ ਦੋਨੇ ਬਰਾਬਰ ਹੋ ਗਏ ਤਾਂ 0 ਦੇ ਬਰਾਬਰ ਵੀ ਹੋ ਸਕਦਾ ਰੂਟ A ਮਾਈਨਸ ਰੂਟ A। ਸੋ ਦੋ ਪੋਸੀਬਿਲਿਟੀਜ਼ ਮੇਰੇ ਪਾਸ ਆ ਗਈਆਂ ਕਿ ਜਿਹੜਾ ਇਹ ਮੈਂ A - G ਲੈ ਕੇ ਚੱਲਿਆ ਹੈ ਦੈਟ ਇਜ਼ ਆਲਵੇਜ਼ ਗ੍ਰੇਟਰ ਦੈਨ ਔਰ ਇਕੁਅਲ ਟੂ 0। ਸੋ A - G ਕੀ ਹੋ ਗਿਆ ਮੇਰਾ? ਗ੍ਰੇਟਰ ਦੈਨ ਔਰ ਇਕੁਅਲ ਟੂ 0। ਸੋ ਇੱਥੋਂ ਮੈਨੂੰ ਕੀ ਪਤਾ ਲੱਗਦਾ ਕਿ ਜੋ A ਹੈ ਅਰਿਥਮੈਟਿਕ ਮੀਨ ਹੈ ਦੈਟ ਇਜ਼ ਆਲਵੇਜ਼ ਗ੍ਰੇਟਰ ਦੈਨ ਔਰ ਇਕੁਅਲ ਟੂ ਜਿਓਮੈਟ੍ਰਿਕ ਮੀਨ। ਅਰਿਥਮੈਟਿਕ ਮੀਨ ਹਮੇਸ਼ਾ ਵੱਡੀ ਹੋਏਗੀ ਜਿਓਮੈਟ੍ਰਿਕ ਮੀਨ ਤੋਂ, ਜਾਂ ਇਸ ਦੇ ਬਰਾਬਰ ਹੋਏਗੀ। ਇਹ ਕਦੇ ਕੇਸ ਨਹੀਂ ਹੋ ਸਕਦਾ ਕਿ ਜਿਓਮੈਟ੍ਰਿਕ ਮੀਨ ਵੱਡੀ ਹੋਵੇ। ਜੇਕਰ ਤੁਹਾਡੇ ਪਾਸ ਇੱਦਾਂ ਦਾ ਰਿਜ਼ਲਟ ਆਉਂਦਾ ਹੈ, ਸਮਝ ਲਓ ਤੁਹਾਡਾ ਕੁਐਸਚਨ ਜਿਹੜਾ ਹੈ ਉਹ ਗਲਤ ਹੈ। ਸੋ ਇਹ ਸਾਡੇ ਪਾਸ ਕੀ ਆ ਗਿਆ? ਰਿਲੇਸ਼ਨ A ਤੇ G ਦੇ ਵਿਚਕਾਰ, ਅਰਿਥਮੈਟਿਕ ਮੀਨ ਐਂਡ ਜਿਓਮੈਟ੍ਰਿਕ ਮੀਨ ਬਿਟਵੀਨ 2 ਨੰਬਰਸ A ਐਂਡ B। ਨੈਕਸਟ ਸਾਡੇ ਪਾਸ ਐਕਸਰਸਾਈਜ਼ 9.3 ਦਾ ਕੁਐਸਚਨ ਨੰਬਰ 26, ਜੋ ਕਿ ਅਰਿਥਮੈਟਿਕ ਮੀਨ ਦੇ ਜਿਓਮੈਟ੍ਰਿਕ ਮੀਨ ਦੇ ਬੇਸਡ ਹੈ। ਇਨਸਰਟ 2 ਨੰਬਰਸ ਬਿਟਵੀਨ 3 ਐਂਡ 81। ਇਹਨਾਂ ਦੇ ਦੋ ਵਿਚਕਾਰ 2 ਇਨਸਰਟ ਕਰਦੇ ਨੇ, G1 ਤੇ G2। ਦੈਟ ਦਾ ਰਿਜ਼ਲਟਿੰਗ ਸੀਕੁਐਂਸ ਇਜ਼ GP। ਸੋ A ਪਤਾ ਹੈ, ਈਜ਼ੀ ਹੈ 3,
तो फस्ट सैकेंड थर्ड फोर्थ टर्म पता है कितनी है 81। सो फोर्थ टर्म लास्ट टर्म तो असी की फाइंड करना है आर फाइंड करना है कॉमन रेशो। सो यदा फार्मूला की बनेगा ए इंटू आर रेज टू पावर 3 क्योंकि टर्म कितने भी है चौथी। सो 81 दैट मीन्स ए मेरे पास 3 है आर रेज टू पावर 3 इज इक्वल टू 81 3 कैंसल्स आउट 27 थे। सो ऑड पावर है सो साइन का कोई एडा मैटर नहीं करना साढ़े पास 3 क्यूब। सो दैट मीनस आर की आ गया मेरे पास 3 असी प्लस माइनस नहीं लेना है क्यों क्योंकि साढ़े पास पावर जी है वो ईवन नहीं हैगी ऑड है। जे ईवन पावर होंगी फिर मैं आर प्लस तो माइनस दोनों लेने से दोनों कंसिडर करने सी। सो सैकेंड टर्म जो कि मेरी G1 है दैट इज़ ए इंटू आर 2-1 आप गल की कि जिन्नी जोमैट्रिक मीन उन्नी ही पावर्स। सो A भी 3 R भी 3 सो आंसर कितना आ गया 9। इसी तरह थर्ड टर्म मेरे पास की है G2 सैकेंड जोमैट्रिक मीन। सो थर्ड टर्म के लिए फार्मूला 3-1 2AR स्केयर 3 इंटू 3 स्केयर। सो 3 इंटू 3 स्केयर इज़ 9 इंटू 27। सो 3 तीए 9 9 तीए 27 27 तीए 81। सो साड़ी जी रिजल्टिंग सीक्वेंस है वो की बन गई है GP। सो ईजी है क्वेश्चन। इस तो बाद थोड़े जोड़े क्वेश्चन ने थ्रैटिकल ने तो एग्जाम के पॉइंट ऑफ व्यू तो इंपॉर्टेंट भी ने। क्वेश्चन नंबर 27 जो है वो भी बेस्ड है अरिथमैटिक मीन दे सॉरी जोमैट्रिक मीन दे फाइंड द वैल्यू ऑफ एन सो दैट दिस मे बी द जोमैट्रिक मीन बिटवीन ए एंड बी। सो जोमैट्रिक मीन एक मैनू गिवन है वाली एक मैं फार्मूला सीखा है। सो जोमैट्रिक मीन बिटवीन ए एंड बी। सो ए तो बी ਦੇ ਵਿੱਚ जोमैट्रिक मीन किस तरह फाइंड ਕਰਦੇ हैं ਅਸੀਂ रूट ए इंटू बी। सो इस साइड मैं ए वाली जी मैं गिवन है जोमैट्रिक मीन इसकी वैल्यू सबसीट्यूट कर देना दैट इज़ इक्वल टू ए रेस टू पावर n+1 प्लस बी रेस टू पावर n+1 ओवर ए रेस टू पावर n प्लस बी रेस टू पावर n इज़ इक्वल टू ਅਸੀਂ सैपरेट भी कर सकते हैं रूट ए इंटू रूट बी। सो इतों साढ़े पास कोई ऑप्शन नहीं रह जाती है क्रॉस मल्टीप्लाई। सो दैट मीनस ए रेस टू पावर n+1 प्लस बी रेस टू पावर n+1 इक्वल्स। सो जो ए रेस टू पावर n इतने मल्टीप्लाई होएगा देखो ए रूट ए बी इसी तरह लिखना इस तरह लिख सकते हो ए दियाँ पावर्स एड अप कर सकते हो n+हाफ पावर बन जाएगी प्लस इसी तरह रूट ए इंटू रूट बी इंटू बी रेस टू पावर n। सो सेम बी है। इस तो बाद असीं की करना है कि ये तो टर्म साढ़े पास हैगी देखो इन्होंने विच कुछ कॉमन नहीं आता है। जेकर मैं इस टर्म में इधर ले आवां ए दे नाल अटैच करते हैं तो ए रेस टू पावर n ਜਾਂ n+2 ਜਿਹੜਾ कॉमन ਜਾਂਦਾ है। इसी तरह ਇਹਦੇ ਵਿੱਚੋਂ b रेस टू पावर n कॉमन जा सकता है। सो ये नहीं है कोई हार्ड एंड फास्ट रूल है कि ए रेस टू पावर n ਨੂੰ ए रेस टू पावर n ਦੇ ਨਾਲ ਹੀ ਅਟੈਚ ਕਰਨਾ ਹੈ। ਈਵਨ ਤੁਸੀਂ ਇੱਥੇ ਵੀ ਅਟੈਚ ਕਰ ਸਕਦੇ ਹੋ ਇੱਥੋਂ b कॉमन ਚਲੇ ਜਾਏਗਾ ਭਾਵੇਂ ਛੋਟੀ ਪਾਵਰ ਚਲੇ ਜਾਵੇ b रेस टू पावर हाफ कॉमन चले जाए कोई हार्ड एंड फास्ट रूल नहीं है कि ਅਸੀਂ एग्जाम ਦੇ ਵਿੱਚ ਰੱਟਾ ਹੀ ਮਾਰਨਾ ਹੈ ਕਿ ਇਹਨੂੰ ਇਹਦੇ ਨਾਲ ਹੀ ਅਟੈਚ ਕਰਨਾ ਹੈ। नो ਜੇ ਤੁਸੀਂ ਇਸ ਨੂੰ ਇਹਦੇ ਨਾਲ ਵੀ ਅਟੈਚ ਕਰ ਦੋਗੇ ਤਦ ਵੀ ਤੁਹਾਡਾ ਜਿਹੜਾ ਆਨਸਰ ਹੈ ਸਹੀ ਆ ਜਾਏਗਾ। ਸੋ ਕਹਿਣ ਤੋਂ ਭਾਵ ਕੀ ਹੈ ਕਿ ਇਹਨਾਂ ਨੂੰ ਲੈਫਟ ਹੈਂਡ ਸਾਈਡ ਲੈ ਕੇ ਆਉਣਾ ਦੋ ਟਰਮਸ ਦੇ ਵਿੱਚੋਂ ਅਸੀਂ ਕੁਝ ਕਾਮਨ ਲੈਣਾ ਹੈ ਜਿਸ ਦੇ ਵਿੱਚੋਂ ਵੀ ਤੁਸੀਂ ਕੁਝ ਕਾਮਨ ਲੈ ਸਕਦੇ ਹੋ। ਇੱਥੋਂ ਮੈਂ ਕੁਝ ਨਹੀਂ ਕਾਮਨ ਲੈ ਸਕਦਾ ਇੱਥੇ a ਹੈ ਇੱਥੇ b ਹੈ ਜੇ ਮੈਨੂੰ ਇਹਦੇ ਨਾਲ ਲਾਣਾ ਹੈ ਤਾਂ a रेस टू पावर n ਈਜ਼ੀਲੀ ਕਾਮਨ ਜਾ ਸਕਦਾ ਈਵਨ ਜੇ ਮੈਨੂੰ ਇਹਦੇ ਨਾਲ ਲਗਾ ਦੇਣਾ ਤਾਂ रूट a ਕਾਮਨ ਜਾ ਸਕਦਾ ਹੈ। ਸੋ ਜਿਹਨੂੰ ਮਰਜ਼ੀ ਜਿਹਦੇ ਨਾਲ ਮਰਜ਼ੀ ਅਟੈਚ ਕਰ ਦਿਓ ਸਿਰਫ ਕਾਮਨ ਲੈਣਾ ਆਪਾਂ ਨੇ ਪਰਪਸ ਆਪਣਾ ਇੰਨਾ ਹੈ। ਸੋ ਨੈਕਸਟ ਸਟੈਪ ਦੇ ਵਿੱਚ a रेस टू पावर n+1 ਇਹਨੂੰ ਮੈਂ ਇੱਧਰ ਲਿਖ ਲੈਣਾ ਨਾਲ ਮਾਈਨਸ रूट a रूट b इंटू ए रेस टू पावर n प्लस ये मेरे पास है b रेस टू पावर n+1 माइनस रूट a इंटू रूट b इंटू b रेस टू पावर n इज इक्वल टू 0। ये मैं नाल तां लिखा क्योंकि मैंने b रेस टू पावर n थोड़ा जिहा कॉमन लेना ईजी लग रहा है बट मैं पहला भी कहा है कि एग्जाम के जेकर तुसीं दूसरिया टर्म्स में कंबाइन कर लेने हो तद भी तो आंसर जो सही आएगा कोई परेशानी नहीं है। सो ए रेस टू पावर n कॉमन चले जाएगा ईजी स्टैप कॉमन ले रहे हैं कॉमन वध भी जा सकता है बट स्टिल मैं सिर्फ ए रेस टू पावर n ले रहे हैं
ताकि ਜਿਹੜਾ ਸਾਡਾ ਕੁਐਸਚਨ ਹੈ ਸਟੈਪ ਹੈ ਸਾਨੂੰ ਕਲੀਅਰ ਹੋ ਜਾਵੇ। ਮਾਈਨਸ रूट ए इंटू रूट बी, ए रेस टू पावर एन बाहर चले गया। इसी तरह इत्थे देखो रूट ए बी पिछे है, बिल्कुल सही है, ए अगे है, तो मैं इत्थों बी रेस टू पावर एन की लेना है, कॉमन ले लेना है, तो इत्थे की रह गया मेरे पास बी, एक पावर हैगी बी दी, माइनस बी रेस टू पावर एन बाहर चले गया, रह गया रूट ए इंटू रूट बी। तो जो असीं फैक्टराइज करते हैं, जो असीं चीज़ां कॉमन लैंदे हैं, तो साढ़े पास दोनों ब्रैकेट्स जिहड़ियां ने सेम बननियां चाहिए ने, तद ही फैक्टराइज करने का फायदा है, ईजी होंदा साडा क्वेश्चन। इत्थे मेरे पास थोड़ी जी गड़बड़ आ रही है, इत्थे ए है, इत्थे बी है, लास्ट टर्म सेम आ रही है, बट अज मैं कॉमन लेना है होर, क्यों मैं इत्थे ए रेस टू पावर एन इसलिए कॉमन ले लिया ताकि क्वेश्चन थोड़ा साडा ईजी रहे, कंपलैक्स ना हो जाए क्वेश्चन, है ना। ए नूं असीं की लिख सकते हैं रूट ए इंटू रूट ए, एक रूट ए बाहर चले जाएगा। बी नूं मैं की लिख सकदा रूट बी इंटू रूट बी, एक रूट बी बाहर चले जाएगा। साडियां टर्म सेम बन जाणगियां, लाइक ए रेस टू पावर एन, इत्थों मैं रूट ए कॉमन ले लेना है। देखो ए नूं मैं की लिख सकदा रूट ए इंटू रूट ए, एक कॉमन चले गया, विच की रह गया रूट ए, इत्थों रूट ए चले गया, रह की गया रूट बी। इसे तरह बी रेस टू पावर एन, इत्थों बी नूं मैं की लिख सकदा रूट बी इंटू रूट बी, रूट बी चले जाएगा बाहर, इत्थे रह जाएगा रूट बी, इत्थे रह जाएगा रूट ए, बट उल्टा आ रहा है, इत्थे रूट बी आ रहा है। चलो नैक्सट स्टैप देखते हैं असीं, रूट बी बाहर लै जाने असीं, ते इत्थे रह गया रूट बी, एक कट के एक रह गया, माइनस रूट ए इक्वल्स 0। सो ए ते ए टर्म आलमोस्ट सेम ने, सिर्फ साइन का डिफरेंस है। मैं माइनस साइन बाहर लै लैना ताकि ब्रैकेट्स जिहड़ियां ने मेरियां बिल्कुल सेम हो जाण। रूट ए, इन्ने स्टैप सिर्फ तुहाडी अंडरस्टैंडिंग दे लई करते हैं ताकि तुसीं कन्फ्यूज ना हो कि हो की रहा इत्थे। सो बी रेस टू पावर एन इंटू रूट बी, विच की आ गया रूट ए माइनस रूट बी इक्वल्स 0। सो ये टर्म्स जिहड़ियां ने मेरियां कॉमन आ जाणगियां, पिछे की रह जाएगा ए रेस टू पावर एन रूट ए, बी रेस टू पावर एन रूट बी रह जाएगा। सो दोस्तों कॉमन ले लिया है मैं रूट ए माइनस बी। कई टीचर्स इस ਦੀਆਂ ਪਾਵਰਸ ਨੂੰ ਕੰਬਾਈਨ ਵੀ ਕਰ ਦਿੰਦੇ ਨੇ, ਮੀਨਸ ਇਹ ਹਾਫ ਪਾਵਰ ਹੈ, ਇਹ n ਪਾਵਰ ਹੈ, ਤਾਂ n ਪਲੱਸ ਹਾਫ ਵੀ ਲਿਖਦੇ ਨੇ, ਉਹ ਵੀ ਸਹੀ ਹੈ। ਸੋ ਸਾਡੇ ਪਾਸ ਪ੍ਰੋਡਕਟ ਹੈ ਦੋ ਨੰਬਰਸ ਦਾ, ਤੇ ਆਨਸਰ ਕੀ ਆਉਂਦਾ ਹੈ 0, ਜਾਂ ਤਾਂ ਇਹ 0 ਹੈ, ਤਦ ਹੀ ਗੁਣਾ ਕਰਕੇ 0 ਆ ਗਿਆ, ਜਾਂ ਇਹ 0 ਹੈ। ਸੋ रूट ए माइनस बी इज इक्वल टू 0, इधर तो ए 0 है और ए 0 है, ए रेस टू पावर n रूट ए माइनस बी रेस टू पावर n रूट बी इज इक्वल टू 0। सो इत्थों की पॉसिबिलिटी बनती है रूट ए इज इक्वल टू की है रूट बी, दैट मीनस ए ते बी की होणगे साडे पास बराबर होणगे, ਜਦੋਂ कि ए ਤੇ बी ਸਾਡੇ ਪਾਸ ਕੀ ਨੇ ਡਿਸਟਿੰਕਟ ਨੇ, ਇੱਥੋਂ ਸਾਡੇ ਪਾਸ n ਨਹੀਂ ਆ ਰਿਹਾ। ਸੋ ਇੱਥੇ n, ਤਾਂ n ਦੀ ਵੈਲਿਊ ਇੱਥੋਂ ਆਏਗੀ, ਦੈਟ ਮੀਨਸ a ਰੇਸ ਟੂ ਪਾਵਰ n रूट a इज इक्वल टू b रेस टू पावर n रूट b। ਅਸੀਂ ਇਸ ਨੂੰ ਇਹਦੇ ਨਾਲ ਡਿਵਾਈਡ ਕਰ ਲੈਂਦੇ ਹਾਂ, ਪਾਵਰ ਦੋਨਾਂ ਦੀ ਸੇਮ ਹੈ ਆਲਮੋਸਟ, ਲਾਈਕ a रेस टू पावर n इंटू a रेस टू पावर हाफ, पावर ਐਡ ਕਰਦੇ ਹਾਂ ਅਸੀਂ, ਇਸ ਨੂੰ ਵੀ ਅਸੀਂ ਇਸੇ ਤਰ੍ਹਾਂ ਲਿਖ ਲੈਂਦੇ ਹਾਂ b रेस टू पावर n बी रेस टू पावर हाफ इज इक्वल टू 1। सो दोस्तों असीं जिहड़ियां पावर्स ने उन्होंने एड अप कर सकते हैं, मीनस n प्लस हाफ जिहड़ा है ए दी पावर लिख सकते हैं, क्योंकि बेस सेम ने, पावर्स की हो जाएगी एड अप ए रेस टू पावर n प्लस हाफ ओवर बी रेस टू पावर n प्लस हाफ इक्वल्स 1। सो ए ते बी दी पावर जिहड़ी है सेम है, तो मैं की लिख सकदा ए ओवर बी रेस टू पावर n प्लस हाफ इक्वल्स 1। सो किसी नंबर की पावर आंसर की आ रहा 1, तो मैं सीखा कि किसी भी नंबर की पावर जो 0 होंगी है आंसर की होंगे 1 होंगे, दैट मीनस n प्लस हाफ की होना चाहिए है, ये 0 होना चाहिए। सो दैट मीनस n की होना चाहिए, n इज इक्वल टू माइनस हाफ होना चाहिए। दूजी पॉसिबिलिटी असीं डिस्कस कर चुके हैं कि जेकर ए ते बी बराबर हो 1 रेस टू पावर एनीथिंग इज 1, वो साढ़े पास दूसरा केस आ चुके हैं। बट इफ ए एंड बी आर डिस्टिंक्ट, ए ते बी अलग ने, तो साढ़े पास इक्को पॉसिबिलिटी बचती है, दैट इज n इज इक्वल टू माइनस हाफ। सो नैक्सट साढ़े पास है क्वेश्चन नंबर 28।
ਕੁਐਸਚਨ ਨੰਬਰ 28 ਤੇ ਕੁਐਸਚਨ ਨੰਬਰ 29 ਦੇਖਣ ਨੂੰ ਆਲਮੋਸਟ ਸੇਮ ਨੇ, ਬਟ ਇਹਨਾਂ ਨੂੰ ਕਰਨ ਦਾ ਜਿਹੜਾ ਪੈਟਰਨ ਹੈ ਟੋਟਲੀ ਡਿਫਰੈਂਟ ਹੈ। ਸਾਡੇ ਪਾਸ ਗਿਵਨ ਕੀ ਹੈ ਕੁਐਸਚਨ ਨੰਬਰ 28 ਦੇ ਵਿੱਚ, ਸਮ ਆਫ 2 ਨੰਬਰਸ ਇਜ਼ 6 ਟਾਈਮਸ देयर ਜਿਓਮੈਟ੍ਰਿਕ ਮੀਨ। GM ਤੋਂ 6 ਗੁਣਾ ਇਹ ਦੋ ਨੰਬਰਸ, ਸ਼ੋ ਦੈਟ ਦ ਨੰਬਰਸ ਆਰ ਇਨ ਦਾ ਰੇਸ਼ੋ। ਸਾਡੇ ਪਾਸ ਇੱਕੋ ਕੰਡੀਸ਼ਨ ਹੈ, ਨੰਬਰ ਸਾਡੇ ਪਾਸ ਕਿੰਨੇ ਨੇ, ਦੋ ਨੇ, ਲਾਈਕ X ਐਂਡ Y, A ਐਂਡ B। ਦੇਖੋ ਜਦੋਂ ਸਾਡੇ ਪਾਸ ਦੋ ਚੀਜ਼ਾਂ ਐਸੀਆਂ ਹੋਣ ਜਿਨ੍ਹਾਂ ਦਾ ਸਾਨੂੰ ਨਹੀਂ ਪਤਾ ਹੈ, ਜਿਸ ਦੀਆਂ ਵੈਲਿਊਜ਼ ਮਿਸਿੰਗ ਨੇ, ਤਾਂ ਅਸੀਂ ਕੋਈ ਰਿਲੇਸ਼ਨ ਹੀ ਡਰਾਈਵ ਕਰ ਸਕਦੇ ਹਾਂ, ਐਗਜ਼ੈਕਟ ਵੈਲਿਊਜ਼ ਨਹੀਂ ਫਾਈਂਡ ਕਰ ਸਕਦੇ। ਸੋ ਇੱਥੇ ਰੇਸ਼ੋ ਫਾਈਂਡ ਹੋਈ ਹੈ, ਇੱਕ ਰਿਲੇਸ਼ਨ ਹੀ ਹੈ, ਲਾਈਕ ਕਿ ਜਿਹੜੇ ਨੰਬਰ ਹੋਣਗੇ ਸਾਡੇ ਪਾਸ ਉਹ 3:5 ਟਾਈਪ, ਜੇ 3/5 ਹੋ ਸਕਦਾ, 6/10 ਹੋ ਸਕਦੇ ਨੇ, 9/15 ਮੀਨਸ ਐਗਜ਼ੈਕਟ ਵੈਲਿਊ ਨਹੀਂ ਸੀ ਫਾਈਂਡ ਕਰ ਸਕਦੇ, ਉਹਨਾਂ ਦੀ ਅਸੀਂ ਇੱਕ ਰੇਸ਼ੋ ਫਾਈਂਡ ਕਰ ਲਈਏ ਕਿ ਇਸ ਰੇਸ਼ੋ 'ਚ ਹੋਣਗੇ। ਸੋ ਸਮ ਆਫ ਟੂ ਨੰਬਰਸ, ਸਪੋਜ਼ ਮੇਰੇ ਪਾਸ ਦੋ ਨੰਬਰਸ ਕੀ ਨੇ, A ਐਂਡ B। ਸੋ ਦੋਨਾਂ ਦਾ ਸਮ ਕਿੰਨਾ ਦਿੱਤਾ ਸਾਨੂੰ, ਸਮ ਆਫ ਟੂ ਨੰਬਰਸ ਇਜ਼ 6 ਟਾਈਮਸ देयर ਜਿਓਮੈਟ੍ਰਿਕ ਮੀਨ। GM ਕਿਸ ਤਰ੍ਹਾਂ ਫਾਈਂਡ ਕਰਦੇ ਹਾਂ ਅਸੀਂ, ਦੈਟ ਇਜ਼ ਰੂਟ AB। ਸਿੰਗਲ ਜਿਓਮੈਟ੍ਰਿਕ ਮੀਨ ਦੀ ਗੱਲ ਹੋ ਰਹੀ ਹੈ, ਰੂਟ A ਇੰਟੂ B। ਸੋ ਸ਼ੋ ਦੈਟ ਦ ਨੰਬਰਸ ਆਰ ਇਨ ਦਾ ਰੇਸ਼ੋ। ਅਸੀਂ ਨੰਬਰਸ ਦੀ ਰੇਸ਼ੋ ਫਾਈਂਡ ਕਰਨੀ ਹੈ, ਫਾਈਂਡ ਕੀ ਕਰਨਾ ਹੈ, A ਰੇਸ਼ੋ B। ਕਿਸੇ ਤਰੀਕੇ ਅਸੀਂ A ਰੇਸ਼ੋ B ਫਾਈਂਡ ਕਰਨੀ ਹੈ। ਸੋ ਪਹਿਲਾਂ ਤਾਂ ਮੈਂ ਕੀ ਕਰਦਾ ਹੈ ਕਿ ਕਿਸੇ ਤਰੀਕੇ ਇਹਨਾਂ ਨੂੰ A/B, ਜਿਹੜਾ B ਹੈ ਉਹ ਡਿਨੋਮੀਨੇਟਰ 'ਚ ਚਾਹੀਦਾ, ਇੱਥੋਂ ਕੈਂਸਲ ਹੋਣਾ ਚਾਹੀਦਾ ਹੈ। ਤਾਂ ਇਹਦੇ ਵਾਸਤੇ ਸਾਡੇ ਪਾਸ ਅਸੀਂ 9th ਕਲਾਸ ਦੇ ਵਿੱਚ ਇੱਕ ਰੂਲ ਪੜ੍ਹਦੇ ਹਾਂ, ਦੈਟ ਇਜ਼ ਕੰਪੋਨੈਂਡੋ ਐਂਡ ਡਿਵੀਡੈਂਡੋ। ਉਹ ਅਸੀਂ ਅਪਲਾਈ ਕਰਾਂਗੇ ਇਸ ਕੁਐਸਚਨ ਦੇ ਵਿੱਚ। ਫਸਟ ਕੀ ਹੈ ਸਾਡੇ ਪਾਸ, ਇਹਨੂੰ ਅਸੀਂ ਰੂਟ AB ਨੂੰ ਨੀਚੇ ਲੈ ਜਾਂਦੇ ਹਾਂ ਬ੍ਰੇਕਅਪ ਕਰਕੇ, A+B ਇਜ਼ ਇਕੁਅਲ ਟੂ 3 ਇੰਟੂ 2 ਰੂਟ AB। ਇਸ ਦਾ ਰੀਜ਼ਨ ਅੱਗੇ ਡਿਸਕਸ ਕਰਾਂਗੇ। ਸੋ ਰੂਟ AB ਹੈ ਜਿਹੜਾ ਮੇਰੇ ਪਾਸ 2 ਰੂਟ AB ਹੈ, ਇਹਨੂੰ ਦੋਨੋਂ ਸਾਈਡ ਅਸੀਂ ਡਿਵਾਈਡ ਕਰ ਦਿੰਦੇ ਹਾਂ, ਜਾਂ ਇਸ ਨੂੰ ਇਸ 'ਤੇ ਨੀਚੇ ਲੈ ਜਾਂਦੇ ਹਾਂ, A+B ਓਵਰ 2 ਰੂਟ AB ਇਜ਼ ਇਕੁਅਲ ਟੂ 3। ਇਹ ਵਾਲੀ ਚੀਜ਼ ਤੁਸੀਂ ਪਹਿਲਾਂ ਦੇਖ ਚੁੱਕੇ ਹੋ, ਰਿਲੇਸ਼ਨ ਬਿਟਵੀਨ ਅਰਿਥਮੈਟਿਕ ਮੀਨ ਐਂਡ ਜਿਓਮੈਟ੍ਰਿਕ ਮੀਨ। ਉਸ ਦੇ ਵਿੱਚ ਸਾਡੇ ਪਾਸ A+B -2 ਰੂਟ AB ਆਇਆ ਸੀ। ਜੇ ਤੁਹਾਨੂੰ ਯਾਦ ਹੋਵੇ ਤਾਂ ਅਸੀਂ ਲਿਖਿਆ ਸੀ ਰੂਟ A ਮਾਈਨਸ ਰੂਟ B ਹੋਲ ਸਕੇਅਰ। ਸੋ ਉੱਦਾਂ ਦਾ ਰਿਲੇਸ਼ਨ ਅਸੀਂ ਇੱਥੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿ ਸਾਡੇ ਪਾਸ A ਅਤੇ B ਸੈਪਰੇਟ ਹੋ ਜਾਣ। A ਅਤੇ B ਜਿਹੜੇ ਇੱਥੇ ਇਕੱਠੇ ਪਏ ਨੇ, ਇਹਨਾਂ ਨੂੰ ਅਸੀਂ ਕਿਸੇ ਤਰੀਕੇ ਅਲੱਗ ਕਰ ਦਈਏ। ਸੋ ਮੈਂ ਇੱਥੇ ਕੀ ਕਰਦਾ, ਅਪਲਾਈ ਕੰਪੋਨੈਂਡੋ ਐਂਡ ਡਿਵੀਡੈਂਡੋ। ਤਾਂ ਉਸ ਦੇ ਨਾਲ ਕੀ ਹੋਏਗਾ, A+B ਉੱਪਰ ਅਸੀਂ ਡਿਨੋਮੀਨੇਟਰ ਨੂੰ ਪਲੱਸ ਕਰਦੇ ਹਾਂ, 2 ਰੂਟ A ਰੂਟ B, ਨੀਚੇ ਅਸੀਂ ਡਿਨੋਮੀਨੇਟਰ ਨੂੰ ਮਾਈਨਸ ਕਰ ਦਿੰਦੇ ਨਿਊਮੀਰੇਟਰ ਦੇ ਵਿੱਚੋਂ, ਰੂਟ A ਰੂਟ B। ਇਸੇ ਤਰ੍ਹਾਂ ਰਾਈਟ ਹੈਂਡ ਸਾਈਡ ਵੀ 3 ਦੇ ਨੀਚੇ ਕਿੰਨਾ ਹੈ, 1, ਉੱਪਰ ਪਲੱਸ ਕਰਨਾ ਹੈ ਡਿਨੋਮੀਨੇਟਰ ਤੇ ਨੀਚੇ ਮਾਈਨਸ ਕਰਨਾ ਹੈ। ਸੋ ਉੱਪਰ ਮੇਰੇ ਪਾਸ ਕੀ ਬਣ ਗਿਆ, ਰੂਟ A ਸਕੇਅਰ ਰੂਟ B ਸਕੇਅਰ ਪਲੱਸ 2 ਰੂਟ AB। ਦੈਟ ਮੀਨਸ ਇਸ ਨੂੰ ਮੈਂ ਕੀ ਲਿਖ ਸਕਦਾ ਹਾਂ, ਰੂਟ A ਪਲੱਸ ਰੂਟ B ਦਾ ਹੋਲ ਸਕੇਅਰ। ਦੇਖੋ ਇਹ ਰੂਟ A ਸਕੇਅਰ ਹੈ, ਇਸ ਤਰ੍ਹਾਂ ਲਿਖ ਸਕਦੇ ਹਾਂ, ਰੂਟ A ਸਕੇਅਰ, ਇਹ ਕੱਢ ਜਾਏਗਾ, A ਰਹਿ ਜਾਏਗਾ। ਇਸੇ ਤਰ੍ਹਾਂ ਇਹ ਮੇਰੇ ਪਾਸ ਰੂਟ B ਸਕੇਅਰ ਹੈ, ਇਹ ਵੀ ਕੱਢ ਜਾਏਗਾ B। ਸੋ 2AB ਮੇਰੇ ਪਾਸ ਹੈ ਹੀ ਹੈ, ਰੂਟ AB ਰੂਟ B। ਇਸੇ ਤਰ੍ਹਾਂ ਇਹ ਮੇਰੇ ਪਾਸ ਹੈ ਰੂਟ A ਮਾਈਨਸ ਰੂਟ B ਹੋਲ ਸਕੇਅਰ ਇਜ਼ ਇਕੁਅਲ ਟੂ 4/2 ਕੈਂਸਲਸ ਆਊਟ। ਕੀ ਰਹਿ ਗਿਆ ਮੇਰੇ ਪਾਸ, 2। ਸੋ ਦੋਨੋਂ ਸਾਈਡ ਮੈਂ ਸਕੇਅਰ ਰੂਟ ਲੈ ਲੈਣਾ, ਕਿਉਂਕਿ ਇੱਧਰ ਸਕੇਅਰ ਆ ਰਿਹਾ ਹੈ, ਸਕੇਅਰ ਨੂੰ ਕੈਂਸਲ ਕਰਨ ਵਾਸਤੇ ਟੇਕਿੰਗ ਸਕੇਅਰ ਰੂਟ ਔਨ ਬੋਥ ਸਾਈਡ ਮੇਰੇ ਪਾਸ ਕੀ ਰਹਿ ਜਾਏਗਾ, ਰੂਟ A ਪਲੱਸ ਰੂਟ B ਓਵਰ ਰੂਟ A ਮਾਈਨਸ ਰੂਟ B ਇਜ਼ ਇਕੁਅਲ ਟੂ ਰੂਟ 2। ਸੋ ਦੇਖੋ ਕੁਛ ਪੋਰਸ਼ਨ ਤਾਂ ਮੇਰੇ ਪਾਸ ਬਣ ਗਿਆ ਹੈ, ਰੂਟ 2, ਕੁਛ ਆਂਸਰ ਬਣਨਾ ਸ਼ੁਰੂ ਹੋ ਗਿਆ ਹੈ। ਰੂਟ 2 ਮੇਰੇ ਪਾਸ ਆਂਸਰ ਦੇ ਵਿੱਚ ਹੈਗਾ ਹੈ, ਅਤੇ ਇੱਥੇ ਮੇਰੇ ਪਾਸ ਰੂਟ 2 ਆ ਗਿਆ ਹੈ, ਰੂਟ A+B ਰੂਟ A ਮਾਈਨਸ B ਇਜ਼ ਇਕੁਅਲ ਟੂ ਰੂਟ 2। ਜੇ ਮੈਂ ਇੱਥੇ ਫਿਰ ਤੋਂ ਕੰਪੋਨੈਂਟੋ ਅਤੇ ਡਿਵੀਡੈਂਡੋ ਅਪਲਾਈ ਕਰਦੇ ਹਾਂ, A ਨਾਲ B ਕੱਢ ਜਾਏਗਾ, ਇੱਕ ਵਾਰ A ਨਾਲ A ਕੱਢ ਜਾਏਗਾ, ਸਾਡੀ ਰੇਸ਼ੋ ਬਣ ਜਾਏਗੀ। ਸੋ ਫਿਰ ਤੋਂ ਅਪਲਾਈ ਕਰਦੇ ਹਾਂ ਕੰਪੋਨੈਂਟੋ ਅਤੇ ਡਿਵੀਡੈਂਡੋ। ਸੋ ਡਿਨੋਮੀਨੇਟਰ ਨੂੰ ਨਿਊਮੀਰੇਟਰ ਦੇ ਵਿੱਚ ਐਡ ਕਰਨਾ ਹੈ, ਰੂਟ A+B ਪਲੱਸ ਰੂਟ A ਮਾਈਨਸ ਰੂਟ
बी। देखो रूट बी कट गया, ए रह गया इकल्ला साढ़े पास। इस तरह रूट ए प्लस रूट बी जो ਅਸੀਂ सबट्रैक्ट करांगे ए सबट्रैक्ट हो जाएगा तो बी के अगे एडिशन का साइन आ जाएगा क्योंकि सबट्रैक्शन तो बाद साइन चेंज होने ने। इस तरह रूट 2 प्लस 1 ओवर रूट 2 माइनस 1। सो इतने कैंसल आउट हो गया तो मेरे पास की आ गया 2 टाइम्स रूट ए ओवर 2 टाइम्स रूट बी इज इक्वल टू रूट 2 प्लस 1 ओवर रूट 2 माइनस 1। 2 कैंसल्स आउट। सो मैनू रेशो चाहिए है ए तो बी की, ना कि रूट ए तो रूट बी की। सो स्केयरिंग बोथ साइड साढ़े पास आलमोस्ट आंसर आ गया है। स्केयरिंग बोथ साइड्स। सो एक ही बन गया मेरे पास। सो ये बाद मेरे पास की आ जाता है स्केयर करने तो बाद ए ओवर बी इज इक्वल टू रूट 2 प्लस 1 स्केयर ओवर रूट 2 माइनस 1 स्केयर। सो राइट हैंड साइड की बन जाएगी मेरे पास ए स्केयर रूट 2 का स्केयर जोड़ा है रूट 2 के कैंसल आउट हो जाएगा प्लस बी स्केयर माइनस 2 ए बी सॉरी प्लस तो नीचे सेम रूट 2 स्केयर प्लस 1 स्केयर माइनस 2 ए बी। सो ए रेशो बी मेरे पास की आ गया 2 प्लस 1 प्लस 2 रूट 2 ओवर 2 plus 1 minus 2 root 2. So answer is 3 plus 2 root 2 over 3 minus 2 root 2. So यही असी प्रूव करना सी दैट द रेशो ऑफ टू नंबर्स A and B is 3 plus 2 root 2 3 minus 2 root 2. सो ये जो क्वेश्चन है एग्जाम के पॉइंट ऑफ व्यू तो मोस्ट इंपॉर्टेंट है। सो प्लीज़ इन्हू छड्डना नहीं है तो इसनू थोरोली करना इस क्वेश्चन। इस तो बाद क्वेश्चन नंबर 29 देखने में इस वर्गा है बट उसका जो पैटर्न है जो मैथड है बिल्कुल डिफरेंट है इस तो। इफ ए एंड जी बी दी अरिथमैटिक मीन एंड जियोमैट्रिक मीन रिस्पैक्टिवली बिटवीन टू पॉजिटिव नंबर्स। जो चीज़ गिवन है तो ए तो जी गिवन है सो ए भी कॉन्सटेंट है जी भी कॉन्सटेंट है बिटवीन टू पॉजिटिव नंबर्स प्रूव दैट द नंबर्स आर। तो असी नंबर फाइंड करने दो नंबर ए तो बी जिहदे विच सानू ए तो जी गिवन ने। सो अरिथमैटिक मीन बिटवीन टू नंबर्स किस तरह फाइंड करते हैं दैट इज ए प्लस बी ओवर 2। अरिथमैटिक मीन सानू गिवन है दैट इज ए दैट मीनस ए इज इक्वल टू ए प्लस बी ओवर 2। क्रॉस मल्टीप्लाई कर लेना दैट मीनस 2 टाइम्स ए इज इक्वल टू ए प्लस बी। एक कंडीशन साढ़े पास ए तो बी पर ए वाली है। दूसरी है साढ़े पास ज्योमैट्रिक मीन। सो ज्योमैट्रिक मीन असी किस तरह फाइंड करते हैं जी एम बिटवीन टू नंबर्स दैट इज इक्वल टू रूट ए इंटू रूट बी। सो जी एम गिवन की है सानू जी दैट मीनस जी इज इक्वल टू रूट ए बी। असी स्केयर कर सकते हैं जी स्केयर इज इक्वल टू ए इंटू बी। क्वेश्चन कोई नवा नहीं है 10th क्लास का क्वेश्चन है देखने में थोड़ा औखा लगता है। 10th क्लास के भी सानू सम ऑफ टू नंबर्स ते प्रोडक्ट ऑफ टू नंबर्स चैप्टर साडा आई थिंक 4 है क्वाड्रेटिक इक्वेशनस उस दे विच सानू गिवन है क्वेश्चन कि सम ऑफ टू नंबर्स इन्ना है तो प्रोडक्ट ऑफ टू नंबर्स इन्ना है फाइंड द टू नंबर्स। सो ये क्वेश्चन बिल्कुल 10th के बेस का है एक्सरसाइज 4.2 या 4.3 के क्वेश्चन ने। सो असी की करना है कि ਜਾਂ ਤਾਂ ਇੱਥੋਂ ए ਤੇ बी ਦੀ ਵੈਲਿਊ ਫਾਈਂਡ ਕਰ ਲੈਣੀ ਹੈ ਤੇ ਇੱਥੇ ਸਬਸਟੀਟਿਊਟ ਕਰ ਦੇਣੀ ਹੈ ਜਾਂ ਇੱਥੇ ए ਜਾਂ B ਦੀ ਵੈਲਿਊ ਫਾਈਂਡ ਕਰ ਲੈਣੀ ਹੈ ਇੱਥੇ ਸਬਸਟੀਟਿਊਟ ਕਰ ਦੇਣੀ ਹੈ। ਤੁਸੀਂ ਦੋਨੇ ਟ੍ਰਿਕਸ ਯੂਜ਼ ਕਰ ਸਕਦੇ ਹੋ। ਇੱਥੋਂ ਮੈਂ B ਦੀ ਵੈਲਿਊ ਫਾਈਂਡ ਕਰ ਲੈਣਾ ਹੈ B ਇਜ਼ ਇਕੁਅਲ ਟੂ 2A ਮਾਈਨਸ A। ਕਹਿਣ ਤੋਂ ਭਾਵ B ਦੀ ਜਗ੍ਹਾ 'ਤੇ ਮੈਂ B ਨੂੰ ਐਲੀਮੀਨੇਟ ਕਰ ਸਕਦਾ ਹੈ B ਨੂੰ ਮੈਂ ਇਨ ਟਰਮਸ ਆਫ A ਲਿਖ ਸਕਦਾ ਹੈ ਕਿਉਂਕਿ ਇਹ ਤਾਂ ਕੌਂਸਟੈਂਟ ਹੈ ਇਹ ਤਾਂ ਮੈਨੂੰ ਪਤਾ ਹੈ A ਇਜ਼ ਦੀ ਅਰਿਥਮੈਟਿਕ ਮੀਨ ਇਹ ਤਾਂ ਗਿਵਨ ਹੈ ਮੈਨੂੰ ਇਹ ਕੌਂਸਟੈਂਟ ਟਰਮ ਹੈ। मिसिंग की है ए मिसिंग है जो साडा XY है जां कह लो तो मैं इस नूं कित्थे पुट कर देना है इस दे विच पुट कर देना है।
सो जी स्केयर की बन गया मेरे पास, दैट इंप्लाइज जी स्केयर इज इक्वल टू ए इंटू ਤੇ b ਦੀ ਜਗ੍ਹਾ ਤੇ ਕੀ ਹੈ 2a ਮਾਈਨਸ b 2a ਮਾਈਨਸ a ਸੌਰੀ। ਸੋ ਇਸ ਨੂੰ ਅਸੀਂ ਮਲਟੀਪਲਾਈ ਕਰ ਲੈਂਦੇ ਹਾਂ a ਇੰਟੂ 2a that is 2 times a into a minus a into a is a square g square। देखो g कांस्टेंट है, a कांस्टेंट है, a वाला a ਜਿਹੜਾ ਇਹ ਸਾਡਾ ਵੇਰੀਏਬਲ ਹੈ, ਇਹ ਅਸੀਂ ਫਾਈਂਡ ਕਰਨਾ ਹੈ। ਸੋ ਇਹ ਸਾਡਾ x ਜਾਂ y ਜਿਵੇਂ ਕੁਆਡਰੇਟਿਕ ਇਕੁਏਸ਼ਨ ਬਣਦੀ ਹੈ, ਸੋ ਇਹ ਸਾਡੀ ਕੁਆਡਰੇਟਿਕ ਇਕੁਏਸ਼ਨ ਬਣ ਗਈ ਹੈ ਇਨ ਟਰਮਸ ਆਫ a, ਕਿਉਂਕਿ ਇਹ ਕਾਂਸਟੈਂਟ ਹੈ, ਇੱਦਾਂ ਦੀ ਬਣ ਗਈ ਹੈ x ਸਕੁਏਅਰ प्लस 5x प्लस 7। x वेरीएबल है इतने साढ़े पास, 5 कॉन्सटेंट है, ये x के अगे साढ़े पास 5 2a लग्या हुआ है, ये 5 लग्या है कॉन्सटेंट है। ए स्केयर है साढ़ा x स्केयर पे, जी दे विच कन्फ्यूज नहीं होना, जी पर स्केयर तो जरूर है पर यह हैगा कॉन्सटेंट है। लाइक मैं इतने लिख देवां 7 स्केयर, रहना इन्हें कॉन्सटेंट ही है। सो साढ़े पास क्वाड्रेटिक इक्वेशन बन गई है, इन्हूं मैं लैफ्ट हैंड साइड ले जाना ए स्केयर माइनस 2a प्लस जी स्केयर इज इक्वल टू 0। ये की है क्वाड्रेटिक इक्वेशन। तो इसनूं सॉल्व करने के मैथड असीं सीखे ने 10th क्लास दे विच। एक तो असीं मिडल टर्म नूं स्पलिट करते हैं, दूसरा असीं साडे पास डिस्क्रिमिनेंट मैथड है। सो इत्थे असीं मिडल टर्म नूं स्पलिट नहीं कर सकते, तो असीं इत्थे डिस्क्रिमिनेंट मैथड यूज़ करांगे। सो डिस्क्रिमिनेंट डी दैट इज इक्वल टू बी स्केयर सेंट्रल टर्म माइनस 4ac यही होंगे। सो मिडल टर्म की है मेरे पास 2a, सो माइनस 2a का स्केयर हो जाएगा। कॉन्सटेंट पार्ट लेना सी, वेरीएबल पार्ट नहीं लेना, एक्स नहीं लेना, असी कला की लेना है 5 माइनस 4 इंटू a, एक्स स्केयर के अगे कितना लगे इतने 1 इंटू सी मेरा 7 स्केयर है, इतने कितना है जी स्केयर। सो डिस्क्रिमिनेंट मेरे पास कितना आ गया 4a स्केयर माइनस 4g स्केयर। सो जो मेरे पास x का फॉर्मूला होंगे है डिस्क्रिमिनेंट तो बाद जब असीं x फाइंड करते हैं, हुण असीं की फाइंड करना है a फाइंड करना है, तो वो की होंदा है ये वाला होंदा है x इज इक्वल टू, इत्थे मैं a लिखांगा a इज इक्वल टू माइनस b प्लस माइनस अंडर रूट डिस्क्रिमिनेंट d ओवर 2 टाइम्स ऑफ a। b पता है माइनस 2a है, ए पता है 1 है, अंडर रूट डी चाहिए, डिस्क्रिमिनेंट का रूट चाहिए रूट डी। इसका जो असीं रूट फाइंड करांगे 4 कॉमन आंदा है, 4 का रूट 2 होंदा है, बट ए स्केयर माइनस जी स्केयर का रूट नहीं पता सानूं। सो रूट डी ये पता लग गया मैनू। सो असीं वैल्यूज़ जिहड़ियां ने पुट कर सकते हैं, ए की वैल्यू 1 है, बी की वैल्यू माइनस 2a आ, रूट डी की वैल्यू असीं फाइंड कर ली है 2 रूट ए स्केयर माइनस जी स्केयर, क्योंकि 4 का रूट कितना होंदा है 2 होंदा है, तो असीं इसनूं प्लस माइनस इत्थे यूज़ कर ही लेना है, वो कोई इशू नहीं है। सो एस ए ते एस ए दे विच कन्फ्यूज़ ना हो जाए, साडा गिवन नंबर है, ये साडे पास फॉर्मूला सी, असीं वो एब्रीवेशन यूज़ कर रहे हैं माइनस बी मिडल टर्म। सो साडे पास माइनस 2a सी, सो ये की बन जाएगा प्लस 2a प्लस माइनस रूट डी असीं पता करिया सी 2 टाइम्स ऑफ रूट ए स्केयर माइनस जी स्केयर ओवर 2 टाइम्स ऑफ ए 2 इंटू 1। सो 2 असी कॉमन ले लेने, कैंसल आउट हो जाएगा, बिच रह गया मेरे पास ए प्लस रूट, इत्थे मैं फार्मूला यूज़ कर सकता ए स्केयर माइनस बी स्केयर का, एक बार ए माइनस बी एक बार ए प्लस बी ओवर 2। सो 2 कैंसल्स आउट। सो मेरे पास ए फर्स्ट नंबर की वैल्यू भी आ गई ए प्लस माइनस रूट ए माइनस जी इंटू ए प्लस जी। देखो असीं यही प्रूव करना सी। जेकर मैं फर्स्ट नंबर की बजाय ए नूं मैं बी एलिमीनेट करता है ए फाइंड किया, जे मैं ए नूं एलिमीनेट कर दिंदा तो बी फाइंड करदा, आंसर तद भी साडा यही आना सी। सो सिमिलरली असीं लिख सकते हैं सिमिलरली बी इज इक्वल टू ए प्लस माइनस ए माइनस जी इंटू ए प्लस जी। जिहड़े साडे दोनों नंबर होणगे, देखो दोनों आ गए ने, एक प्लस है एक माइनस है, तो रिजल्ट बी दे विच भी यही सेम ही आना है, वाइस वर्सा आ जाएगा। सो साडा रिजल्ट आ गया हैंस प्रूवड।
सो दोस्तों इस तो बाद साढ़े पास क्वेश्चन नंबर 30, 31, 32। तो जेकर दोस्तों क्वेश्चन जोड़े तुहानू समझ आए हो तो वीडियो प्लीज़ अच्छी लगी है तो वीडियो में लाइक तो शेयर जरूर कर दियो। जेकर तुसीं अजे तक मेरे चैनल में सबसक्राइब नहीं किया है प्लीज़ सबसक्राइब माई चैनल ताकि तुहानू लेटैसट वीडियोज़ के रेगूलर अपडेट्स जो ने वो मिलते रहन। क्वेश्चन नंबर 30, 31, 32 थोड़े जे ईजी ने। ईवन असीं दो क्वेश्चन अलग तो किसी होर बुक के विचों मैनूं लगता है कि वो डिस्कस करने चाहिए तुहाडे दे नाल। वो लास्ट के विच दो क्वेश्चन एक्सट्रा आपां डिस्कस करांगे इस वीडियो के विच। सो क्वेश्चन नंबर 30, द नंबर ऑफ बैक्टीरिया इन अ सर्टन कल्चर डबल्स एवरी आवर। साढ़े पास कोई कल्चर है तो वो जो बैक्टीरिया है वो डबल हो जाता है। लाइक हुण 5 है तो 1 घंटे बाद 10 हो जाने हैं, वो तो अगले घंटे 20 हो जाएंगे। सो इफ देयर वर 30 बैक्टीरिया प्रेजेंट इन द कल्चर ओरिजिनली। शुरू ਦੇ ਵਿੱਚ 30 बैक्टीरिया सी कल्चर ਦੇ ਵਿੱਚ। कल्चर ਕੀ ਹੁੰਦਾ ਵੈਸੇ ਮੇਰੇ ਮੁਤਾਬਕ ਪੰਜਾਬੀ ਦੇ ਵਿੱਚ ਤਾਂ ਜਾਗ ਹੀ ਕਹਿੰਦੇ ਨੇ ਜਦੋਂ ਅਸੀਂ ਦਹੀਂ ਨੂੰ ਜਾਗ ਲਗਾਉਂਦੇ ਹਾਂ। ਸੋ 30 बैक्टीरिया शुरू ਦੇ ਵਿੱਚ ਨੇ ਤੇ ਹਰ ਵਾਰ ਡਬਲ ਹੁੰਦੇ ਨੇ ਹਰ ਘੰਟੇ। ਹਾਊ ਮੈਨੀ बैक्टीरिया ਵਿਲ ਬੀ ਪ੍ਰੈਜ਼ੈਂਟ ਐਟ ਦਾ ਐਂਡ ਆਫ ਸੈਕੰਡ ਆਰ। ਦੇਖੋ ਇਹ ਕਨਫਿਊਜ਼ਨ ਆ ਇੱਥੇ। एंड ऑफ 4th आर एंड एंड ऑफ 9th आर ये थोड़ी जी गड़बड़ी है, ये तुहानूं ध्यान देना पऊगा। क्वेश्चन ईजी है। स्टार्ट कितों करना सी 30 तो ये 30 है। आफ्टर 1 आवर कंप्लीट होने तो बाद डबल 60। आफ्टर कंप्लीशन ऑफ 2 आवर्स 2 आवर कंप्लीट होने चाहिए डबल 120। दैट मीनस आफ्टर 2 आवर ये बन गया साढ़े को 120। साडा आंसर आ गया। असीं कोई फार्मूला यूज़ नहीं किया है। बट जेकर मैं इस GP नूं देखा 30 दूनी 60 दूनी 120 ये टर्म किन्नी भी बनती है T3 बनती है। देखो क्वेश्चन पुट की कर रहा है वो 2 घंटे बाद। इत्थे देखने नूं लग रहा सानूं दूसरी टर्म, पर टर्म किन्नवीं आ रही है तीसरी टर्म, क्योंकि घंटा कंप्लीट होने तो बाद दूजी टर्म आनी है, दूजा घंटा कंप्लीट होने तो बाद तीजी। इस तरह जो मैं चौथी टर्म फाइंड करनी है 4th आवर मीनस वो की होएगी 120 का दुगुना 240 480। ये मेरी T5 है बट आफ्टर 4 आवर्स है। घंटे 4 ने टर्म 5वीं है। सो T3 का फार्मूला बनता की है फस्ट सैकेंड थर्ड दैट इज A/R स्केयर होंगे 3 है ना n-1। सो A 30 है तो 2 रेज़ टू पावर 2 डबल हो रहा है ना, तो कॉमन रेशो की है 2 है। सो 30 × 4 इज़ 120। इस तरह 5th टर्म 4 घंटे बाद टर्म किन्नवीं है 5वीं है। तो मैं सिर्फ nth घंटे वास्ते तुहानूं लैके आ रहा कि nth बच्चे जो nth टर्म की गल करांगे असीं n घंटे बाद आफ्टर n आवर्स की गल करांगे। दैट मीनस Tn+1th टर्म टर्म अगली होएगी। ये 4 घंटे बाद टर्म किन्नवीं है 5वीं। 2 घंटे बाद टर्म किन्नवीं है तीजी। n घंटिया बाद टर्म किन्नवीं होएगी n+1th। तो फार्मूला की बनेगा इसका A/R⁻² n+1 तो 1 n घट n। दैट मीनस 30 × 2⁻n। एग्जाम के स्टूडेंट्स इत्थे गलती करते हैं, आंसर की लिखते हैं 30 × 2⁻n-1। क्यों? क्योंकि nth आर है तो सानू Tn चाहिए है, nth टर्म चाहिए है। दैट इज़ रॉन्ग। सानू Tn+1th चाहिए है क्योंकि घंटा कंप्लीट होने तो बाद की गल कर रहे हैं असीं। सो थोड़ा जिहा इहदे विच तुहानूं फसाया गया ट्रैप है इस दे विच। सो अलझ नहीं जाना है, सानू Tn+1th चाहिए है। इस तो बाद साडे पास क्वेश्चन नंबर 31। क्वेश्चन नंबर 31 भी साडा जिहड़ा है तो GP का है बट कंपाउंड इंटरस्ट के बेस्ड है। वट विल बी ₹500 अमाउंट्स टू इन 10 ईयर्स 10 साल बाद। इफ द इंटरस्ट इज़ कंपाउंडड एनुअली 10% इंटरस्ट है तो एनुअली कंपाउंड करना है असीं तो ये किन्ने बन जाएंगे आफ्टर 10 ईयर्स। सो कंपाउंड इंटरस्ट का फार्मूला साडे पास कोई नहीं है, साडे पास सीधा अमाउंट का फार्मूला है ना। तो अमाउंट का जिहड़ा फार्मूला है वो असीं A=टू लिखते हैं प्रिंसीपल P × 1 + R/100⁻n या टाइम T इन ईयर्स जो भी है। सो प्रिंसीपल 500 है
1 प्लस रेट साढ़े पास 10% है, तो समा 10 साल है। जीपी तो बिना ही सॉल्व हो जाना इसने। सो 500 इसनों असीं सॉल्व कर सकते हैं। ये 1.1 बनता है रेस टू पावर 10। सो अमाउंट टू कितना बनेगा, जीपी की लोड़ ही नहीं है। ये साढ़े चलो 8th क्लास के जो असीं कंसैप्ट किया है ये वाला चल सकता है इत्थे। सो ईवन जे मैं जीपी की गल करा तो साढ़े पास ए की है 500 है, तो जो साड़ी अमाउंट वध रही है हर साल वो 1.1 टाइम वध रही है। सो इत्थे भी जो लास्ट क्वेश्चन वाली कन्फ्यूजन है, क्योंकि फस्ट टर्म मेरे पास जी आनी है शुरू के आनी साल के 500, सैकेंड टर्म 1 साल बाद आनी है, मतलब साल एक होया बट टर्म किन्ने भी बन जानी है दूसरी। साल 2 होणगे तो टर्म होएगी तीसरी, जो साल 10 होणगे तो टर्म किन्ने भी होएगी 11वीं, क्यों पहले नंबर से तो 500 है। सो T11 ਲੱਭਣ वास्ते सानू की फार्मूला यूज़ करना पएगा, A इंटू R रेस टू पावर 10। सो ये कितना आ रहा 1.1, 500 गुणा 1.1 रेस टू पावर 11 माइनस 1 10। इत्थे 10 ਤਾਂ ਆਉਂਦਾ है, ਅਸੀਂ डायरैक्टली भी फाइंड कर सकते हैं ये वाला फार्मूला यूज़ करके लोअर क्लासेस ਦੇ ਵਿੱਚ ਕੀਤਾ ਹੋਇਆ ਸੀ। ਇਸ ਤੋਂ ਬਾਅਦ ਹੈ क्वेश्चन नंबर 32। सो क्वेश्चन नंबर 32 जेकर मैं एग्जामिनर होवां तो मैं क्वेश्चन जरूर पूछा, मीनस बच्चों को इतों पता लगता है कि टॉपिक की अंडरस्टैंडिंग है या नहीं है। AM एंड GM ऑफ रूट्स ऑफ क्वाड्रेटिक इक्वेशन आर 8 एंड 5। देखो कई कंसैप्ट यूज़ होने ने। रूट्स ऑफ क्वाड्रेटिक इक्वेशन, अरिथमैटिक मीन दिती है, उन्होंने जिमेट्रिक मीन। सपोज अल्फा तो बीटा की ने मेरे पास रूट्स ने किस दे क्वाड्रेटिक इक्वेशन दे। सो उन्होंने अरिथमैटिक मीन की होंगी है, दैट इज़ अल्फा प्लस बीटा ओवर 2 दैट इज़ इक्वल टू 8। दैट मीनस अल्फा प्लस बीटा की हो गया 16 हो गया। दूसरा ज्योमेट्रिक मीन इज इक्वल टू 5 दैट इज़ GM रूट अल्फा इंटू बीटा की गिवन है मैनू 5। स्केयरिंग बोथ साइड अल्फा इंटू बीटा की बन गया 25। सो इत्थों दो तरह नाल तुसीं क्वेश्चन कर सकते हो, पहला भी किया हुण भी कर सकते हैं असीं। इत्थों अल्फा की वैल्यू फाइंड करके इत्थे सबस्टिट्यूट कर सकते हो, क्वाड्रेटिक इक्वेशन बन जाएगी, अल्फा तो बीटा दी तुहाडे पास वैल्यूज आ जाणगियां। तो बट सानू क्वेश्चन की पूछा है, ऑबटेन दी क्वाड्रेटिक इक्वेशनस। सो क्वाड्रेटिक इक्वेशन किस तरह बनाने असीं, देखो सम ऑफ रूट्स है साडे पास, ये सम है 10th क्लास के क्वेश्चन है सानू, ये प्रोडक्ट है। सो क्वाड्रेटिक इक्वेशन बनती किवें है, एक्स स्केयर माइनस SX प्लस P इज इक्वल टू 0। S तो सम P तो प्रोडक्ट, दैट मीनस इक्वेशन की बनेगी एक्स स्केयर माइनस 16x प्लस 25 इक्वल्स 0। सम ऑफ रूट्स 16 प्रोडक्ट ऑफ रूट्स 25। जो तुम इसमें सॉल्व भी करोगे तो देखो साढ़े पास दो नंबर चाहिए ने तुहानू, जिन्हां दा जोड़ कितना आना चाहिए 25 गुणा करके 25 आना चाहिए, तो जोड़ के कितना आना चाहिए 16। तो तुहानू इत्थे डिस्क्रिमिनेंट मैथड जिहड़ा यूज़ करना पएगा, दो वैल्यू तुसीं फाइंड कर सकते हो ईजीली। बट जिहड़ा कंसैप्ट है वो इन्ना ही है, इन्ने नाल ही थोड़ा सर सकता है एक्स स्केयर माइनस SX प्लस P दे नाल। ये असीं 10th क्लास सीखिया है। तो रिलेट किहदे नाल कर रहे हैं असीं, अरिथमैटिक मीन ते जिमेट्रिक मीन दे नाल। अरिथमैटिक मीन सम हुंदा है, ये वाली एवरेज फाइंड की असीं 2 नाल, इत्थों असीं सम फाइंड कर सकते हैं। इस तरह GM तो जिमेट्रिक मीन तो असीं प्रोडक्ट फाइंड कर सकते हैं। तो असीं सम ऑफ रूट्स भी फाइंड कर लिया, प्रोडक्ट ऑफ रूट्स सानूं इनडायरैक्ट वे दे विच दिता होया है। 10th क्लास ਦੇ ਵਿੱਚ ਸਾਡੇ पास डायरैक्टली सम ऑफ रूट प्रोडक्ट ऑफ रूट दिता सी ते असीं इक्वेशन बनाउंदे सी। ईवन 2 पॉइंट एक्सरसाइज 2.1 ਦੇ ਵਿੱਚ ਵੀ क्लास 10th ਦੇ ਵਿੱਚ आई थिंक 2.2 ਦੇ ਵਿੱਚ है सॉरी। तो ਇੱਥੇ ਸਾਨੂੰ ਥੋੜ੍ਹਾ ਜਿਹਾ ਘੁਮਾ ਕੇ ਦਿੱਤਾ ਹੋਇਆ, ਅਰਿਥਮੈਟਿਕ ਮੀਨ ਦਿੱਤੀ ਹੈ ਤੇ ਜਿਓਮੈਟ੍ਰਿਕ ਮੀਨ ਦਿੱਤੀ ਹੈ, ਉੱਥੋਂ ਅਸੀਂ ਸਮ ਆਫ ਫਰੂਟਸ ਤੇ ਪ੍ਰੋਡਕਟ ਆਫ ਫਰੂਟਸ ਫਾਈਂਡ ਕੀਤੇ ਨੇ। ਤੇ ਇਸ ਤੋਂ ਬਾਅਦ ਦੋ ਕੁਐਸਚਨ ਹੋਰ ਨੇ ਦੋਸਤੋ। ਇਹ ਕੁਐਸਚਨ ਜਿਹੜਾ ਇਹ ਲਾਸਟ ਕੁਐਸਚਨ ਦੀ ਤਰ੍ਹਾਂ ਹੀ ਹੈ। ਅਰਿਥਮੈਟਿਕ ਮੀਨ ਬਿਟਵੀਨ ਟੂ ਨੰਬਰ ਇਜ਼ 20, ਜਿਓਮੈਟ੍ਰਿਕ ਮੀਨ ਇਜ਼ 16। फाइंड द नंबर्स। ਹੁਣ ਅਸੀਂ ਨੰਬਰ ਵੀ फाइंड ਕਰਨੇ ਨੇ। ਸੋ ਸਾਡੇ ਪਾਸ ਦੋ ਨੰਬਰਸ ਨੇ A ਤੇ B। ਅਰਿਥਮੈਟਿਕ ਮੀਨ ਕਿਵੇਂ फाइंड ਕਰਦੇ ਹਾਂ ਅਸੀਂ, A + B ਓਵਰ 2 ਤੇ ਦਿੱਤਾ ਕਿੰਨਾ ਸਾਨੂੰ arithmetic mean 20। that means sum of two numbers is equal to 40। दूसरी कंडीशन साढ़े पास GM की है, जियोमैट्रिक मीन। ये किस तरह फाइंड करते हैं असीं, रूट AB तो GM गिवन कितना सानू 16। सो 16 इज इक्वल टू रूट AB स्केयरिंग बोथ साइड्स। सो AB की बन गया 16 का स्केयर 200
56। ਸੋ ਸਾਨੂੰ ਦੋ ਨੰਬਰ ਚਾਹੀਦੇ ਨੇ ਜਿਨ੍ਹਾਂ ਨੂੰ ਜੋੜੀਏ 40 ਆ ਜੇ ਅਤੇ ਗੁਣਾ ਕਰੀਏ 256 ਆ ਜੇ। ਤੁਸੀਂ ਓਰਲ ਵੀ ਕਰ ਸਕਦੇ ਹੋ ਇਹਨੂੰ, ਬਟ ਜੇਕਰ ਅਸੀਂ ਕੁਆਡਰੈਟਿਕ ਇਕੁਏਸ਼ਨ ਦੇ ਵਿੱਚ ਚੇਂਜ ਕਰਨਾ ਇੱਥੋਂ ਅਸੀਂ ਵੈਲਿਊ ਇੱਥੇ ਪੁੱਟ ਕਰ ਸਕਦੇ ਹਾਂ। ਈਵਨ ਅਸੀਂ ਐਕਸ ਸਕੇਅਰ ਮਾਈਨਸ ਐਸ ਐਕਸ ਵਾਲਾ ਕੰਸੈਪਟ ਯੂਜ਼ ਕਰ ਸਕਦੇ ਹਾਂ। ਸੋ ਐਕਸ ਸਕੇਅਰ ਮਾਈਨਸ 40x ਪਲੱਸ 256 ਇਜ਼ ਇਕੁਅਲ ਟੂ 0। ਸੋ ਅਸੀਂ 40 ਨੂੰ ਬ੍ਰੇਕਅਪ ਕਰਨਾ ਕਿ ਗੁਣਾ ਕਰਕੇ 256 ਅਤੇ ਜੋੜ ਕੇ 40। ਤਾਂ ਇੱਥੇ ਵੀ ਅਸੀਂ ਇਹੀ ਗੱਲ ਕਰ ਰਹੇ ਸੀ ਜ਼ੁਬਾਨੀ ਓਰਲ। ਤਾਂ ਦੋ ਨੰਬਰ ਕਿਹੜੇ ਨੇ ਉਹ? ਇਹਦੇ ਵਾਸਤੇ ਅਸੀਂ ਹਿੱਟ ਐਂਡ ਟਰਲ ਮੈਥਡ ਲਾ ਸਕਦੇ ਹਾਂ। ਜਿਵੇਂ 40 ਤੋੜਨਾ ਤਾਂ ਜਿਵੇਂ 30 ਅਤੇ 10 ਤੋੜ ਦੇਵਾਂ ਲਗਭਗ 300 ਬਣਦਾ ਹੈ। ਤਾਂ ਮੈਨੂੰ 30 ਔਰ 10 ਦੇ ਨੇੜੇ ਤੇੜੇ ਨੰਬਰ ਚਾਹੀਦਾ। 30 ਨੂੰ ਘਟਾ ਲੈਂਦੇ ਹਾਂ, 10 ਨੂੰ ਵਧਾ ਲੈਂਦੇ ਹਾਂ। ਤਾਂ ਦੇਖੋ ਜੇ ਮੈਂ 28 ਅਤੇ 12 ਲਿਖਾਂ, ਕਿਉਂਕਿ 8 ਦੂਣੀ 16 ਹੁੰਦਾ, ਆਲਮੋਸਟ ਮੈਚ ਕਰਦਾ, 6 ਆਉਂਦਾ ਮੇਰੇ ਪਾਸ। ਤਾਂ 300 256 ਦੇ ਜਿਹੜੇ 28 ਅਤੇ 12 ਆਨਸਰ ਦੇ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਨੇ। ਦੂਸਰਾ ਕੀ ਹੋ ਸਕਦਾ, ਜੇ ਮੈਂ ਇਹਨੂੰ ਵਧਾ ਲਵਾਂ 32 8 ਦੂਣੀ ਵੀ 16 ਹੁੰਦਾ ਹੈ, ਇਹਦੇ ਵੀ ਚਾਂਸਿਸ ਬਹੁਤ ਨੇ। ਸੋ ਦੋਵਾਂ ਦੇ ਵਿੱਚੋਂ ਕੋਈ ਨਾ ਕੋਈ ਇੱਕ ਕੇਸ ਫਿੱਟ ਹੋ ਜਾਏਗਾ ਸਾਡੇ ਪਾਸ। ਜੇ 12 ਗੁਣਾ 28 ਕਰੀਏ, 12 8 96, 12 ਦੂਣੀ 24 ਅਤੇ 9 33, ਇਹ ਵੱਡਾ ਹੋ ਗਿਆ ਤਾਂ 6 ਨਾ 336 ਬਣ ਗਿਆ। ਜੇ 8 ਦੂਣੀ 16, 8 ਤੀਏ 24 ਅਤੇ 25 256, ਤਾਂ 32 ਅਤੇ 8 ਆ ਗਿਆ ਸਾਡਾ। ਸੋ ਐਕਸ ਸਕੇਅਰ ਮਾਈਨਸ 32x ਮਾਈਨਸ 8x ਮਾਈਨਸ 256 ਇਜ਼ ਇਕੁਅਲ ਟੂ 0। ਪਹਿਲਾਂ ਦੇਖੋ ਇਹਦੇ ਵਿੱਚ ਮੈਂ ਹਿੱਟ ਐਂਡ ਟ੍ਰਾਇਲ ਮੈਥਡ ਲਾਇਆ, ਲਗਭਗ ਨੇੜੇ ਲੈ ਕੇ ਗਿਆ ਵੈਲਿਊ ਨੂੰ। 30 ਗੁਣਾ 10, 30 ਤੇ 10 40, 300 ਦੇ ਨੇੜੇ ਪਹੁੰਚ ਗਏ ਆਪਾਂ। ਸੋ ਜਾਂ ਇਹਨੂੰ ਥੋੜ੍ਹਾ ਜਿਹਾ ਵਧਾ ਲਓ ਜਾਂ ਥੋੜ੍ਹਾ ਜਿਹਾ ਘਟਾ ਲਓ, ਕਿਸੇ ਇੱਕ ਪਾਸੇ ਨੂੰ ਫਿੱਟ ਹੋ ਜਾਏਗਾ। ਸੋ ਇਹ ਟ੍ਰਿਕ ਯੂਜ਼ ਕਰ ਸਕਦੇ ਹੋ ਤੁਸੀਂ। ਸੋ ਇੱਥੇ ਸਾਡੇ ਪਾਸ x ਕਾਮਨ ਆਉਂਦਾ ਹੈ, ਇੱਥੇ 8 ਕਾਮਨ ਆਏਗਾ। ਸੋ 8 1 ਇਜ਼ 8 ਪਲੱਸ ਹੈ, ਸੌਰੀ ਇੱਥੇ ਮਾਈਨਸ ਆਏਗਾ। 8 ਮਾਈਨਸ 8 24 8 16 is equal to 0. That means x minus 8 x minus 32 equals 0. ਸੋ ਜਾਂ ਤਾਂ x 8 ਹੈ ਤਾਂ ਜਾਂ x 32 ਹੈ, ਜਾਂ ਤਾਂ ਇਹ 0 ਹੈ ਜਾਂ ਇਹ 0 ਆ। ਸੋ ਸਾਡੇ ਪਾਸ ਦੋ ਨੰਬਰ ਕੀ ਆ ਗਏ, 8 ਐਂਡ 32। ਤਾਂ ਸਮ ਆਫ ਦੀਸ ਟੂ ਨੰਬਰ ਇਜ਼ 40। ਈਵਨ ਜੇ ਮੈਂ ਅਰਥਮੈਟਿਕ ਮੀਨ ਫਾਈਂਡ ਕਰਨਾ ਇਹਨਾਂ ਦੀ 32 ਅਤੇ 8 40 ਦਾ ਅੱਧ ਕਿੰਨਾ ਹੁੰਦਾ 20। ਅਤੇ ਜੇ ਮੈਂ ਜਮੈਟ੍ਰਿਕ ਮੀਨ ਫਾਈਂਡ ਕਰਾਂ ਤਾਂ ਕਿੰਨੀ ਆਏਗੀ 216 ਆਏਗੀ ਇਹਨਾਂ ਦੀ, ਕਿਉਂਕਿ ਸਕੇਅਰ ਕਰਨ ਤੋਂ ਬਾਅਦ 256 ਆਇਆ ਸੀ। ਸੋ ਇਹ ਜਿਹੜਾ ਲਾਸਟ ਕੁਐਸ਼ਨ ਅਸੀਂ ਕੀਤਾ ਬਿਲਕੁਲ ਉਹਦੀ ਤਰ੍ਹਾਂ ਹੀ ਹੈ। ਇਸ ਤੋਂ ਬਾਅਦ ਸਾਡੇ ਪਾਸ ਇੱਕ ਕੁਐਸ਼ਨ ਹੋਰ ਹੈ। ਸੋ ਗਿਵਨ ਕੀ ਹੈ, ਇਫ G1 ਇਜ਼ ਦੀ ਫਸਟ ਆਫ n ਜਿਮੈਟ੍ਰਿਕ ਮੀਨਸ, ਪਹਿਲੀ ਜਿਮੈਟ੍ਰਿਕ ਮੀਨਸ ਹੈ ਅਤੇ ਅਸੀਂ ਇਨਸਰਟ ਕਿੰਨੀਆਂ ਕਰਨੀਆਂ ਨੇ n ਬਿਟਵੀਨ A ਐਂਡ B। ਦੋ ਨੰਬਰਾਂ ਦੇ ਵਿਚਕਾਰ ਅਸੀਂ n ਜਿਮੈਟ੍ਰਿਕ ਮੀਨਸ ਜਿਹੜੀਆਂ ਨੇ ਇਨਸਰਟ ਕਰਨੀਆਂ ਨੇ A ਅਤੇ B ਦੇ ਵਿਚਕਾਰ G1 G2 ਸੋ ਔਨ Gn ਤੱਕ ਜਿਹੜੀਆਂ ਨੇ ਅਸੀਂ ਇਨਸਰਟ ਕਰਨੀਆਂ ਨੇ। ਅਤੇ G1 ਜਿਹੜੀ ਹੈ ਸਾਡੀ ਉਹ ਫਸਟ ਜਿਮੈਟ੍ਰਿਕ ਮੀਨ ਹੈ। ਸੋ ਅਸੀਂ ਪ੍ਰੂਵ ਕਰਨਾ ਹੈ ਦੈਟ G1 ਰੇਜ਼ ਟੂ ਪਾਵਰ n+1 ਇਜ਼ ਇਕੁਅਲ ਟੂ A ਰੇਜ਼ ਟੂ ਪਾਵਰ n ਇੰਟੂ B। ਤਾਂ ਜੇ ਤੁਹਾਡੀ ਕੰਸੈਪਟ ਦੀ ਅੰਡਰਸਟੈਂਡਿੰਗ ਹੈ ਤਾਂ ਕੁਐਸ਼ਨ ਬੜਾ ਈਜ਼ੀ ਹੈ। ਫਸਟ ਟਰਮ ਸਾਨੂੰ ਪਤਾ ਹੈ A, ਲਾਸਟ ਟਰਮ ਸਾਨੂੰ ਪਤਾ ਹੈ, ਅਤੇ ਲਾਸਟ ਟਰਮ ਹੈ ਕਿੰਨਵੀਂ ਟਰਮ ਹੈ ਇਹ L। n ਮੀਨਸ ਇਨਸਰਟ ਕਰੀਏ ਨੇ n+1 n+2, ਸੋ Tn+2 ਟਰਮ ਹੈ ਇਹ, ਦੈਟ ਇਜ਼ ਇਕੁਅਲ ਟੂ B। ਸੋ Tn+2 ਦਾ ਫਾਰਮੂਲਾ ਕੀ ਹੁੰਦਾ ਹੈ, A ਇੰਟੂ R ਰੇਜ਼ ਟੂ ਪਾਵਰ n-1। ਇਹਦੇ ਵਿੱਚ ਜਦੋਂ ਅਸੀਂ ਇੱਕ ਹਟਾ ਦਾਂਗੇ ਤਾਂ ਰਹਿ ਕੀ ਜਾਊਗਾ n+1 ਇਜ਼ ਇਕੁਅਲ ਟੂ B। ਦੈਟ ਮੀਨਸ ਇਹ ਤਾਂ ਫਸਟ ਟਰਮ ਹੀ ਹੈ ਸਾਡੀ। R ਰੇਜ਼ ਟੂ ਪਾਵਰ n+1 ਦੀ ਵੈਲਿਊ ਕਿੰਨੀ ਆ ਗਈ, B/A ਆ ਗਈ। ਸੋ R ਦੀ ਵੈਲਿਊ ਫਾਈਂਡ ਕਰਨੀ ਆ ਅਸੀਂ n+1 ਥਰੂਟ ਲੈ ਸਕਦੇ ਹਾਂ ਅੰਦਰ ਜਾ ਕੇ। ਚਲੋ ਇਸ ਤੋਂ ਪਹਿਲਾਂ ਅਸੀਂ G1 ਵੱਲ ਚੱਲਦੇ ਹਾਂ। G1 ਕਿੰਨਵੀਂ ਟਰਮ ਹੈ ਸਾਡੇ ਪਾਸ, ਦੂਸਰੀ ਟਰਮ ਹੈ। ਤਾਂ ਮੈਂ T2 ਫਾਈਂਡ ਕਰਨਾ ਹੈ ਅਤੇ ਦੂਸਰੀ ਟਰਮ ਦਾ ਫਾਰਮੂਲਾ ਕੀ ਬਣਦਾ A ਇੰਟੂ R। ਸੋ G1 ਇਜ਼ ਇਕੁਅਲ ਟੂ T2 ਇਜ਼ ਇਕੁਅਲ ਟੂ AR। ਸੋ G1 ਇਜ਼ ਇਕੁਅਲ ਟੂ A ਇੰਟੂ R। ਇਹ ਮੈਂ ਫਸਟ ਟਰਮ ਮੰਨ ਲਈ ਹੈ, ਤਾਂ G1 ਦੀ ਪਾਵਰ ਕਿੰਨੀ ਚਾਹੀਦੀ ਹੈ ਮੈਨੂੰ, n+1। ਸੋ ਬੋਥ ਸਾਈਡ n+1 ਪਾਵਰ ਲੈ ਲੈਂਦੇ ਆਪਾਂ, ਤਾਂ G1 ਦੀ ਪਾਵਰ ਕਿੰਨੀ ਬਣ ਗਈ n+1 ਇਜ਼ ਇਕੁਅਲ ਟੂ A ਦੀ ਪਾਵਰ ਵੀ n+1 R ਦੀ ਪਾਵਰ ਵੀ n+1। ਤਾਂ R ਦੀ ਪਾਵਰ n+1 ਦੀ ਵੈਲਿਊ ਕਿੰਨੀ ਹੈ, B/A। ਸੋ ਇਹ ਕੀ ਆ ਗਿਆ ਮੇਰੇ ਪਾਸ, A ਰੇਜ਼ ਟੂ ਪਾਵਰ n+1 ਇੰਟੂ B/A। ਸੋ A ਦੀ ਜਿਹੜੀ ਪਾਵਰ ਹੈ ਨੀਚੇ 1 ਹੈ, ਇਹ ਸਬਟਰੈਕਟ ਹੋ ਜਾਏਗੀ, ਤਾਂ ਰਿਜ਼ਲਟ ਕੀ ਆਊਗਾ, A ਰੇਜ਼ ਟੂ ਪਾਵਰ n ਇੰਟੂ B। G1 ਦੀ ਪਾਵਰ n+1। ਸੋ ਇਹੀ ਸਾਨੂੰ ਪ੍ਰੂਵ ਕਰਨ ਦੇ ਲਈ ਕਿਹਾ ਗਿਆ ਹੈ।
ਸੋ ਜੇ ਸਾਡੇ ਪਾਸ ਬੇਸਿਕ ਕੰਸੈਪਟ ਦੀ ਨੌਲੇਜ ਹੈ ਕਿ ਜਿਓਮੈਟ੍ਰਿਕ ਮੀਨ ਹੈ ਕੀ ਹੈ, ਟੋਟਲ ਨੰਬਰ ਆਫ ਟਰਮਸ ਕਿੰਨੀਆਂ ਨੇ, ਲਾਸਟ ਟਰਮ ਕਿੰਨਵੀਂ ਟਰਮ ਬਣੇਗੀ, ਕੀ ਮੈਂ ਫਾਈਂਡ ਕਰਨਾ, ਸਭ ਤੋਂ ਪਹਿਲਾਂ ਮੈਂ ਕਾਮਨ ਰੇਸ਼ੋ ਫਾਈਂਡ ਕਰਨੀ ਹੈ। ਕਾਮਨ ਰੇਸ਼ੋ ਫਾਈਂਡ ਕਰਕੇ ਮੈਂ G1 ਦੇ ਵਿੱਚ ਪੁੱਟ ਕਰਨੀ ਹੈ ਅਤੇ ਮੇਰਾ ਰਿਜ਼ਲਟ ਆ ਜਾਣਾ ਹੈ। ਸੋ 2 ਸਟੈਪ ਨੇ। ਸੋ ਇਹੀ ਆਪਾਂ ਹਰ ਕੁਐਸਚਨ ਦੇ ਵਿੱਚ ਫੋਲੋ ਕੀਤੇ ਨੇ। ਸੋ ਜੇਕਰ ਤੁਸੀਂ ਇਹੀ ਟੈਕਨੀਕ, ਕੋਈ ਵੀ ਤੁਹਾਨੂੰ ਕੁਐਸਚਨ ਆ ਜੇ, ਕਿਤੋਂ ਆ ਜੇ, ਕਿਸੇ ਬੁੱਕ ਦਾ ਆ ਜੇ, ਤੁਸੀਂ ਇਹੀ ਟੈਕਨੀਕ ਫੋਲੋ ਕਰਨੀ ਹੈ ਕਿ ਸਾਨੂੰ ਲਾਸਟ ਟਰਮ ਪਤਾ ਹੈ, ਫਸਟ ਟਰਮ ਪਤਾ ਹੈ, ਲਾਸਟ ਟਰਮ ਕਿੰਨਵੀਂ ਟਰਮ ਬਣਦੀ ਹੈ, ਉੱਥੋਂ ਅਸੀਂ ਕਾਮਨ ਰੇਸ਼ੋ ਫਾਈਂਡ ਕਰਨੀ ਹੈ। ਕਾਮਨ ਰੇਸ਼ੋ ਪਤਾ ਹੈ ਤਾਂ ਅਸੀਂ ਕੁਛ ਵੀ ਫਾਈਂਡ ਕਰ ਸਕਦੇ ਹਾਂ। ਸੋ ਦੋਸਤੋ, ਉਮੀਦ ਹੈ ਤੁਹਾਨੂੰ ਜਿਹੜਾ ਟੌਪਿਕ ਹੈ ਨਾ, ਇਹ ਸਮਝ ਆਇਆ ਹੋਵੇਗਾ। ਜੇਕਰ ਵੀਡੀਓ ਅੱਛੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਜੇਕਰ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੁਇਰੀ ਹੈ, ਕੋਈ ਫੀਡਬੈਕ ਹੈ, ਤਾਂ ਪਲੀਜ਼ ਕੌਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕੌਮੈਂਟ ਜ਼ਰੂਰ ਕਰਿਆ ਕਰੋ। ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਵੀਡੀਓਜ਼ ਕ੍ਰੀਏਟ ਕਰਨ ਦੇ ਲਈ। ਜੇਕਰ ਕੋਈ ਸਪੈਸੀਫਿਕ ਟੌਪਿਕ ਦੇ ਉੱਪਰ ਤੁਹਾਡੀ ਕੋਈ ਕੁਇਰੀ ਹੈ, ਤੁਸੀਂ ਕੋਈ ਵੀਡੀਓ ਚਾਹੁੰਦੇ ਹੋ ਕਿ ਇਸ ਟੌਪਿਕ ਦੇ ਉੱਪਰ ਹੋਣੀ ਚਾਹੀਦੀ ਹੈ, ਤੁਸੀਂ ਉਹ ਵੀ ਸੁਜੈਸ਼ਨ ਦੇ ਸਕਦੇ ਹੋ ਕੌਮੈਂਟ ਸੈਕਸ਼ਨ ਦੇ ਵਿੱਚ ਜਾ ਕੇ। ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਉਸ ਵੀਡੀਓ ਨੂੰ ਲੈ ਕੇ ਆਉਣ ਦੀ। ਸੋ ਚੈਨਲ ਦੇ ਨਾਲ ਜੁੜੇ ਰਹੋ, ਸਪੋਰਟ ਕਰਦੇ ਰਹੋ। ਚੈਨਲ 'ਤੇ ਆਉਣ ਲਈ ਧੰਨਵਾਦ।